ਹਾਂਜੀ ਸਟੂਡੈਂਟਸ, ਗੁੱਡ ਈਵਨਿੰਗ। ਅੱਜ ਮੈਂ ਤੁਹਾਡੇ ਨਾਲ ਇੱਕ ਬਿਜ਼ਨਸ ਸਟੱਡੀਜ਼ ਦਾ ਜਿਹੜਾ ਆਪਣਾ ਟੌਪਿਕ ਚੱਲ ਰਿਹਾ ਉਹਦੇ ਬਾਰੇ ਡਿਸਕਸ ਕਰੂੰਗਾ। ਹੁਣ ਤੱਕ ਜੋ ਆਪਾਂ ਪੜ੍ਹਿਆ ਉਹਦੇ ਵਿੱਚ ਫਾਈਨੈਂਸ਼ੀਅਲ ਮੈਨੇਜਮੈਂਟ ਦੇ ਬਾਰੇ ਪੜ੍ਹਿਆ, ਬਿਜ਼ਨਸ ਫਾਈਨੈਂਸ ਬਾਰੇ ਪੜ੍ਹਿਆ, ਅਤੇ ਇਸੇ ਟੌਪਿਕ ਦੇ ਵਿੱਚ ਇੱਕ ਹੋਰ ਸਬ ਟੌਪਿਕ ਆਉਂਦਾ ਆ ਫਾਈਨੈਂਸ਼ੀਅਲ ਪਲੈਨਿੰਗ। ਫਾਈਨੈਂਸ਼ੀਅਲ ਪਲੈਨਿੰਗ ਜਾਂ ਵਿੱਤੀ ਨਿਯੋਜਨ, ਇਸ ਟੌਪਿਕ ਦੇ ਵਿੱਚ ਆਪਾਂ ਇਹ ਦੇਖਾਂਗੇ ਕਿ ਇਹਦਾ ਮਤਲਬ ਕੀ ਹੁੰਦਾ ਹੈ ਫਾਈਨੈਂਸ਼ੀਅਲ ਪਲੈਨਿੰਗ ਦਾ, ਅਤੇ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਆਉਂਦੀਆਂ ਨੇ। ਪਹਿਲੋਂ ਤਾਂ ਸਾਨੂੰ ਫਾਈਨੈਂਸ਼ੀਅਲ ਪਲੈਨਿੰਗ ਦਾ ਮਤਲਬ ਪਤਾ ਹੋਣਾ ਚਾਹੀਦਾ, ਅਤੇ ਇਹਨੂੰ ਆਪਾਂ ਡਿਵਾਈਡ ਕਰੀਏ ਤਾਂ ਇਹਦੇ ਵਿੱਚ ਦੋ ਚੀਜ਼ਾਂ ਹੈ, ਇੱਕ ਫਾਈਨੈਂਸ ਅਤੇ ਇੱਕ ਪਲੈਨਿੰਗ। ਫਾਈਨੈਂਸ਼ੀਅਲ ਪਲੈਨਿੰਗ ਜਾਂ ਵਿੱਤੀ ਨਿਯੋਜਨ, ਅਤੇ ਇਹਦਾ ਮਤਲਬ ਹੈ ਕਿ ਅਸੀਂ ਪਲੈਨਿੰਗ ਕਰਨੀ ਆ ਕਾਹਦੀ, ਫਾਈਨੈਂਸਿਸ ਦੀ। ਬਿਜ਼ਨਸ ਨੂੰ ਤੁਹਾਨੂੰ ਪਤਾ ਹੈ ਕਿ ਫਾਈਨੈਂਸ ਜਿਹੜਾ ਆ ਉਹ ਬਿਜ਼ਨਸ ਵਾਸਤੇ ਮਸਟ ਆ, ਉਹਨਾਂ ਨੂੰ ਚਾਹੀਦਾ ਹੀ ਚਾਹੀਦਾ ਆ। ਅਤੇ ਜਿੰਨਾ ਫਾਈਨੈਂਸ ਬਿਜ਼ਨਸ ਨੂੰ ਮਿਲ ਜਾਏ, ਜਿੱਥੋਂ ਵੀ ਮਿਲ ਜਾਏ, ਉਹ ਬਿਜ਼ਨਸ ਵਾਸਤੇ ਘੱਟ ਹੁੰਦਾ ਆ ਅਗਰ ਗਰੋਇੰਗ ਬਿਜ਼ਨਸ ਹੈਗਾ ਆ ਤਾਂ। ਔਰ ਅੱਜ ਕੱਲ੍ਹ ਹਰ ਬਿਜ਼ਨਸ, ਕਿਉਂਕਿ ਕੰਪੀਟੀਸ਼ਨ ਦੀ ਦੁਨੀਆ ਚੱਲ ਰਹੀ ਹੈ, ਕੰਪੀਟੀਸ਼ਨ ਏਜ ਆ, ਅਤੇ ਹਰ ਬਿਜ਼ਨਸ ਜਿਹੜਾ ਹੈਗਾ ਆ ਗਰੋ ਕਰਨਾ ਚਾਹੁੰਦਾ ਆ, ਡਿਵੈਲਪ ਹੋਣਾ ਚਾਹੁੰਦਾ ਆ। ਅਤੇ ਇਸ ਤਰੀਕੇ ਨਾਲ ਹਰੇਕ ਬਿਜ਼ਨਸ ਨੂੰ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਕਰਨ ਦੀ ਲੋੜ ਹੁੰਦੀ ਹੈ। ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਬਿਜ਼ਨਸ ਆਪਣੀਆਂ ਜੋ ਵਿੱਤੀ ਲੋੜਾਂ ਆ ਉਹਨੂੰ ਸਹੀ ਢੰਗ ਦੇ ਨਾਲ ਉਹਦਾ ਪਲੈਨਿੰਗ ਕਰਦਾ ਆ। ਇਹਦੇ ਵਿੱਚ ਜੋ ਬਿਜ਼ਨਸ ਦੇ ਉਦੇਸ਼ ਆ ਉਹਨਾਂ ਨੂੰ ਪੂਰਾ ਕਰਨ ਲਈ ਵਿੱਤੀ ਗਤੀਵਿਧੀਆਂ, ਜੋ ਵੀ ਅਸੀਂ ਫਾਈਨੈਂਸ਼ੀਅਲ ਐਕਟੀਵਿਟੀਜ਼ ਕਰਨੀਆਂ ਉਹਦੇ ਰਿਗਾਰਡਿੰਗ ਯੋਜਨਾਵਾਂ ਬਣਾਈਆਂ ਜਾਂਦੀਆਂ ਨੇ, ਪਹਿਲੋਂ ਤੋਂ ਹੀ ਤਿਆਰ ਕਰ ਲਈਆਂ, ਕਿਉਂਕਿ ਪਲੈਨਿੰਗ ਇਜ਼ ਆਲਵੇਜ਼ ਫਿਊਚਰਿਸਟਿਕ ਹੁੰਦੀ ਆ। ਫਿਊਚਰਿਸਟਿਕ ਮਤਲਬ ਭਵਿੱਖ ਬਾਰੇ ਹੁੰਦੀ ਆ, ਅਤੇ ਇਸ ਕਰਕੇ ਭਵਿੱਖ ਦੀਆਂ ਯੋਜਨਾਵਾਂ ਪਹਿਲਾਂ ਹੀ ਤਿਆਰ ਕੀਤੀਆਂ ਜਾਂਦੀਆਂ ਨੇ ਇਹਦੇ ਵਿੱਚ। ਅਤੇ ਵਿੱਤੀ ਨਿਯੋਜਨ ਜਿਹੜਾ ਆ ਉਹ ਇੱਕ ਕੀ ਹੈਗਾ ਆ ਭਲਾ, ਇੱਕ ਵਿੱਤੀ ਨਿਯੋਜਨ ਇੱਕ ਬੌਧਿਕ ਪ੍ਰਕਿਰਿਆ ਹੈਗੀ ਆ, ਮਤਲਬ ਕਿ ਇੱਕ ਕਿਸ ਤਰ੍ਹਾਂ ਦੀ ਐਕਟੀਵਿਟੀ ਆ, ਥਿੰਕਿੰਗ ਜਾਂ ਮੈਂਟਲ ਐਕਟੀਵਿਟੀ ਆ ਇਹਦੇ ਵਿੱਚ, ਕਿਉਂਕਿ ਪਲੈਨਿੰਗ ਆਲਸੋ ਇਜ਼ ਅ ਮੈਂਟਲ ਐਕਟੀਵਿਟੀ ਅਤੇ ਵਿੱਤੀ ਨਿਯੋਜਨ ਵੀ ਇੱਕ ਮੈਂਟਲ ਐਕਟੀਵਿਟੀ ਆ। ਇਸ ਦੇ ਅੰਤਰਗਤ ਕੀ ਕੀਤਾ ਜਾਂਦਾ ਆ, ਜੋ ਉੱਦਮ ਦੀਆਂ ਵਿੱਤੀ ਗਤੀਵਿਧੀਆਂ ਉਹ ਦੇ ਸੰਬੰਧੀ ਜੋ ਵੀ ਨੀਤੀਆਂ ਆ, ਯੋਜਨਾਵਾਂ, ਪ੍ਰਕਿਰਿਆ, ਪ੍ਰੋਗਰਾਮ ਵਗੈਰਾ ਪਹਿਲੋਂ ਹੀ ਉਲੀਕ ਲਏ ਜਾਂਦੇ ਨੇ ਅਗੇਤੇ ਤੌਰ 'ਤੇ ਹੀ। ਅਤੇ ਜੋ ਵੀ ਉੱਦਮ ਦੇ ਵਿੱਚ ਗਤੀਵਿਧੀਆਂ ਅਸੀਂ ਕਰਨੀਆਂ ਉਹਦੇ ਲਈ ਪੂੰਜੀ ਜਿੰਨੀ ਚਾਹੀਦੀ ਉਹਦਾ ਪਹਿਲਾਂ ਤੋਂ ਅਨੁਮਾਨ ਲਗਾ ਲਿਆ ਜਾਂਦਾ ਹੈ। ਪੂੰਜੀ ਢਾਂਚਾ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਮਤਲਬ ਸਾਡਾ ਜਿਹੜਾ ਕੈਪੀਟਲ ਸਟਰਕਚਰ ਆ ਉਹਦੇ ਬਾਰੇ ਪਹਿਲਾਂ ਤੋਂ ਹੀ ਡਿਸਾਈਡ ਕਰ ਲਿਆ ਜਾਂਦਾ ਹੈ, ਅਤੇ ਇਹ ਸਾਰੀਆਂ ਚੀਜ਼ਾਂ ਇਹਦੇ ਵਿੱਚ ਪਹਿਲਾਂ ਹੀ ਕੀਤੀਆਂ ਜਾਂਦੀਆਂ ਨੇ। ਅਤੇ ਇਸ ਤੋਂ ਇਲਾਵਾ ਇਹਦੇ ਵਿੱਚ ਹੋਰ ਕੀ ਕੀ ਮੇਨ ਜੋ ਗੱਲਾਂ ਦੋ ਸ਼ਾਮਲ ਆ ਉਹਦੀ ਗੱਲ ਕਰੀਏ ਅਗਰ ਆਪਾਂ, ਅਤੇ ਇਹਦੇ ਵਿੱਚ ਦੋ ਆਹ ਚੀਜ਼ਾਂ ਸ਼ਾਮਲ ਆ, ਉੱਦਮ ਲਈ ਲੋੜੀਂਦੇ ਫੰਡਾਂ ਦੀ ਮਾਤਰਾ ਦਾ ਅਨੁਮਾਨ ਲਗਾਉਣਾ ਅਤੇ ਲੋੜੀਂਦੇ ਫੰਡਾਂ ਦੇ ਸਰੋਤ ਦੇ ਸੰਬੰਧੀ ਨਿਯੋਜਨ ਕਰਨਾ। ਮਤਲਬ ਅਸੀਂ ਇਹਦੇ ਵਿੱਚ ਐਸਟੀਮੇਟ ਕਰਦੇ ਹਾਂ ਕਿ ਸਾਨੂੰ ਕਿੰਨੇ ਫੰਡ ਚਾਹੀਦੇ ਨੇ ਅਤੇ ਉਹ ਫੰਡ ਕਿੱਥੋਂ ਆਉਣਗੇ। ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਇਹ ਦੋ ਚੀਜ਼ਾਂ ਦੇ ਉੱਤੇ ਫੋਕਸ ਰੱਖਿਆ ਜਾਂਦਾ ਹੈਗਾ ਆ। ਇਸ ਤੋਂ ਬਾਅਦ ਇਹਦੀ ਮੀਨਿੰਗ ਤਾਂ ਹੁਣ ਤੁਹਾਨੂੰ ਕਲੀਅਰ ਹੋ ਹੀ ਗਿਆ ਹੁਣ, ਆਹ ਸਾਰੇ ਪੈਰਾਗ੍ਰਾਫ ਦੇ ਵਿੱਚ ਇਹਦਾ ਅਰਥ ਬਾਰੇ ਦੱਸਿਆ ਗਿਆ ਹੈ ਫਾਈਨੈਂਸ਼ੀਅਲ ਪਲੈਨਿੰਗ। ਅਤੇ ਹੁਣ ਆਹ ਦੋ ਡੈਫੀਨੇਸ਼ਨਸ, ਇੱਕ ਡੈਫੀਨੇਸ਼ਨ ਹੈਗੀ ਹੈ E.W. ਵਾਕਰ ਐਂਡ W.H. ਵੌਨ ਦੀ। ਉਹ ਕਹਿੰਦੇ ਫਾਈਨੈਂਸ਼ੀਅਲ ਪਲੈਨਿੰਗ ਪਰਟੇਨਸ ਓਨਲੀ ਟੂ ਦਾ ਫੰਕਸ਼ਨ ਆਫ ਫਾਈਨੈਂਸ। ਇਹ ਮਤਲਬ ਜੋ ਫਾਈਨੈਂਸ਼ੀਅਲ ਪਲੈਨਿੰਗ ਹੈ ਫਾਈਨੈਂਸ ਦੇ ਫੰਕਸ਼ਨ ਨਾਲ ਸੰਬੰਧਿਤ ਆ, ਅਤੇ ਇਹਦੇ ਵਿੱਚ ਆਪਾਂ ਕੀ ਕਰਦੇ ਹਾਂ, ਫਰਮ ਦੇ ਓਬਜੈਕਟਿਵਸ ਨੂੰ ਧਿਆਨ ਵਿੱਚ ਰੱਖਦੇ ਹੋਏ ਫਾਈਨੈਂਸ਼ੀਅਲ ਪਲੈਨਿੰਗ ਪਾਲਿਸੀਆਂ ਬਣਾਉਂਦੇ ਹਾਂ, ਅਤੇ ਫਾਈਨੈਂਸ਼ੀਅਲ ਪ੍ਰੋਸੀਜਰਸ ਉਹਨਾਂ ਪਾਲਿਸੀਆਂ ਨੂੰ ਪੂਰਾ ਕਰਨ ਵਾਸਤੇ ਫਾਈਨੈਂਸ਼ੀਅਲ ਪ੍ਰੋਸੀਜਰਸ ਜਿਹੜੇ ਆ ਉਹ ਡਿਵੈਲਪ ਕਰਦੇ ਆ, ਅਤੇ ਇਸ ਤਰੀਕੇ ਨਾਲ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਕੰਮ ਕੀਤਾ ਜਾਂਦਾ ਹੈਗਾ ਆ। ਇਸ ਤੋਂ ਬਾਅਦ ਅਗਰ ਆਪਾਂ ਇਹਨੂੰ ਹੋਰ ਅੱਗੇ ਵੱਧਦੇ ਹਾਂ, ਅਤੇ ਆਹ ਜਿਹੜਾ ਪੈਰਾਗ੍ਰਾਫ ਹੈ ਇਹਦੇ ਵਿੱਚ ਸਾਨੂੰ ਇਹ ਪੜ੍ਹਨ ਨੂੰ ਮਿਲਦਾ ਆ, ਜਿਹੜਾ ਪੂਰਾ ਪੈਰਾਗ੍ਰਾਫ ਹੈ ਇਹਦੇ ਵਿੱਚ, ਕਿ ਵਿੱਤੀ ਨਿਯੋਜਨ ਦੀ ਜਿਹੜੀ ਪ੍ਰਕਿਰਿਆ ਹੈਗੀ ਆ ਉਹ ਕਿਹਦੇ ਨਾਲ ਸ਼ੁਰੂ ਹੁੰਦੀ ਆ, ਸੇਲ ਫੋਰਕਾਸਟ। ਮਤਲਬ ਅਸੀਂ ਫਿਊਚਰ ਦੇ ਵਿੱਚ ਕਿੰਨੀ ਸੇਲ ਕਰਨਾ ਚਾਹੁੰਦੇ ਹਾਂ, ਵਿਕਰੀ ਕਰਨਾ ਚਾਹੁੰਦੇ ਹਾਂ, ਅਤੇ ਉਹਦੇ ਲਈ ਅਸੀਂ ਪਿਛਲੇ ਸਮੇਂ ਦੇ ਵਿੱਚ ਅਸੀਂ ਕੀ ਕੀਤਾ, ਕਾਰਜਕੁਸ਼ਲਤਾ ਸਾਡੀ ਕੀ ਸੀਗੀ, ਉਹਨੂੰ ਧਿਆਨ ਵਿੱਚ ਰੱਖਦੇ ਹੋਏ ਭਵਿੱਖ ਵਾਸਤੇ ਅਸੀਂ ਕੀ ਸੋਚ ਰਹੇ ਹਾਂ ਵਿਕਰੀ ਨੂੰ ਲੈ ਕੇ, ਅਤੇ ਉਹਦੇ ਲਈ ਪੂਰਵ ਅਨੁਮਾਨ ਲਗਾਉਣੇ ਨੇ। ਇਸ ਤੋਂ ਬਾਅਦ ਜੋ ਵੀ ਅਸੀਂ ਪੂਰਵ ਅਨੁਮਾਨ ਲਗਾਉਂਦੇ ਹਾਂ, ਐਸਟੀਮੇਟ ਲਗਾਉਂਦੇ ਹਾਂ, ਉਹਦੇ ਆਧਾਰ 'ਤੇ ਅਸੀਂ ਵਿਕਰੀ ਸੰਬੰਧੀ ਉਦੇਸ਼ਾਂ ਦੀ ਪ੍ਰਾਪਤੀ ਲਈ ਸਾਨੂੰ ਕਿੰਨੇ ਪੈਸੇ ਦੀ ਲੋੜ ਹੋਊਗੀ ਇਹਦਾ ਨਿਰਧਾਰਨ ਕੀਤਾ ਜਾਂਦਾ ਹੈ। ਇਸ ਦੇ ਨਾਲ ਨਾਲ ਨਿਵੇਸ਼ ਲਈ ਸਾਨੂੰ ਜੋ ਵੀ ਅਸੀਂ ਪੈਸਾ ਲਗਾਉਣਾ ਹੈ ਉਹਦੇ ਲਈ ਸਾਨੂੰ ਫੰਡ ਕਿੱਥੋਂ ਆਊਗੇ ਉਹਦੇ ਬਾਰੇ ਇਹਦੇ ਵਿੱਚ ਪਲੈਨਿੰਗ ਕੀਤੀ ਜਾਂਦੀ ਹੈ। ਫਿਰ ਜਿਹੜੇ ਫੰਡ ਸਾਨੂੰ ਮਿਲੂਗੇ
ਜਾਂ ਮਿਲਣ ਵਾਲੇ ਆ, ਉਹਦੇ ਤੋਂ ਸਾਨੂੰ ਕਿੰਨਾ ਲਾਭ ਹੋਊਗਾ ਇਹਦਾ ਪਤਾ ਲਗਾਇਆ ਜਾਂਦਾ ਹੈ। ਅਤੇ ਸਾਰੇ ਅਨੁਮਾਨ ਤੋਂ ਇਹ ਸਪਸ਼ਟ ਹੋ ਜਾਂਦਾ ਆ ਕਿ ਜਾਂ ਤਾਂ ਸਾਨੂੰ ਪਤਾ ਲੱਗ ਜਾਂਦਾ ਕਿ ਅਸੀਂ ਇੰਨੀ ਸੇਲ ਕਰਨੀ, ਜਿੱਦਾਂ ਸਪੋਜ਼ ਆਪਾਂ 100 ਰੁਪਏ ਦੀ ਸੇਲ ਕਰਨੀ ਆ, ਅਤੇ ਉਹਦੇ ਲਈ ਸਾਨੂੰ ਕਿੰਨੇ ਪੈਸੇ ਚਾਹੀਦੇ ਹੋਊਗੇ 100 ਰੁਪਏ ਕਮਾਉਣ ਵਾਸਤੇ, ਸਾਡੇ ਕੋਲ ਕਿੰਨੇ ਹੋਣੇ ਚਾਹੀਦੇ ਆ 80 ਰੁਪਈਏ ਜਾਂ 70 ਰੁਪਈਏ, ਫਿਰ ਇਹ ਕਿੱਥੋਂ ਆਉਣਗੇ, ਅਤੇ ਜਦ ਇਹ 70 ਰੁਪਏ 80 ਰੁਪਏ ਅਸੀਂ ਖਰਚਾਂਗੇ ਜਾਂ ਲਗਾਵਾਂਗੇ ਅਤੇ ਸਾਨੂੰ ਕਿੰਨਾ ਪ੍ਰੋਫਿਟ ਹੋਊਗਾ, ਇਹ ਸਾਰਾ ਅਨੁਮਾਨ ਅਸੀਂ ਇਹਦੇ ਵਿੱਚ ਫਾਈਨੈਂਸ਼ੀਅਲ ਪਲੈਨਿੰਗ 'ਚ ਕਰ ਲੈਂਦੇ ਹਾਂ। ਅਤੇ ਇਸ ਤੋਂ ਬਾਅਦ ਇਸ ਤਰ੍ਹਾਂ ਅਸੀਂ ਵਿੱਤੀ ਨਿਯੋਜਨ ਦੇ ਅੰਤਰਗਤ ਕੀ ਕਰਦੇ ਹਾਂ, ਜੋ ਵੀ ਫੰਡ ਦੀ ਸਾਨੂੰ ਚਾਹੀਦੇ ਆ ਆਪਣੇ ਉੱਦਮ ਦੇ ਕੰਮਾਂ ਵਾਸਤੇ, ਉਹਦੀ ਮਾਤਰਾ ਕਿੰਨੀ ਹੋਣੀ ਚਾਹੀਦੀ ਹੈ, ਇਹਨਾਂ ਦੇ ਸਰੋਤ ਕਿੱਥੋਂ ਕਿੱਥੋਂ ਆਉਣਗੇ, ਇਹਦਾ ਵਿਸਤਾਰਪੂਰਵਕ ਨਿਯੋਜਨ ਕੀਤਾ ਜਾਂਦਾ ਹੈ। ਅਤੇ ਇੱਥੇ ਇੱਕ ਕੰਮ ਜ਼ਰੂਰੀ ਇਹ ਯਾਦ ਰੱਖਣਾ ਹੈ ਕਿ ਜਿਹੜਾ ਵਿੱਤੀ ਨਿਯੋਜਨ ਹੈ ਉਹ 3 ਤੋਂ 5 ਸਾਲਾਂ ਵਾਸਤੇ ਕੀਤਾ ਜਾਂਦਾ ਹੈ ਆਮ ਤੌਰ 'ਤੇ। ਅਗਰ ਇਸ ਤੋਂ ਜ਼ਿਆਦਾ ਸਮੇਂ ਵਾਸਤੇ ਆਪਾਂ ਨਿਯੋਜਨ ਕਰੀਏ, ਅਤੇ ਕਿਉਂਕਿ ਭਵਿੱਖ ਵਾਸਤੇ ਕਰ ਰਹੇ ਹਾਂ ਆਪਾਂ ਜੋ ਵੀ ਫਾਈਨੈਂਸ਼ੀਅਲ ਪਲੈਨਿੰਗ ਹੈ, ਅਤੇ ਭਵਿੱਖ ਜਿਹੜਾ ਹੁੰਦਾ ਆ ਉਹ ਅਨਸਰਟੇਨ ਹੁੰਦਾ ਆ, ਉਹ ਅਨਿਸ਼ਚਿਤ ਹੁੰਦਾ ਆ, ਉਹਦੇ ਬਾਰੇ ਆਪਾਂ ਲੰਬੇ ਸਮੇਂ ਦੀ ਪਲੈਨਿੰਗ ਨਾ ਕਰੀਏ, ਥੋੜ੍ਹੇ ਸਮੇਂ ਵਾਸਤੇ ਆਪਾਂ ਪਲੈਨਿੰਗ ਕਰ ਸਕਦੇ ਹਾਂ, 3 ਤੋਂ 5 ਸਾਲ ਦਾ ਅਨੁਮਾਨ ਲਗਾ ਸਕਦੇ ਹਾਂ। ਉਹਦੇ ਵਿੱਚ ਵੀ ਜ਼ਰੂਰੀ ਨਹੀਂ ਹੈ ਕਿ ਸਾਡਾ ਅਨੁਮਾਨ ਬਿਲਕੁਲ ਸਹੀ ਹੋਵੇ, ਬਟ ਆਮ ਤੌਰ 'ਤੇ ਫਿਰ ਵੀ ਜਿਹੜੇ ਫਾਈਨੈਂਸ਼ੀਅਲ ਪਲੈਨਿੰਗ ਹੈ 3 ਤੋਂ 5 ਸਾਲਾਂ ਵਾਸਤੇ ਕੀਤੀ ਜਾਂਦੀ ਹੈ। ਅਗਰ ਉਸ ਤੋਂ ਵਧੇਰੇ ਸਮੇਂ ਵਾਸਤੇ ਕੀਤੀ ਜਾਊਗੀ ਤਾਂ ਉਹ ਥੋੜ੍ਹਾ ਜਿਹਾ ਮੁਸ਼ਕਿਲ ਪ੍ਰਕਿਰਿਆ ਹੋ ਜਾਊਗੀ, ਤਾਂ ਸਾਡੇ ਲਈ ਜ਼ਿਆਦਾ ਉਪਯੋਗੀ ਉਹ ਨਹੀਂ ਹੋਊਗੀ। ਅਤੇ ਇਸ ਤਰੀਕੇ ਨਾਲ ਤੁਸੀਂ ਜਦ ਇਹ ਫਾਈਨੈਂਸ਼ੀਅਲ ਪਲੈਨਿੰਗ ਦਾ ਇੰਨਾ ਪਾਰਟ ਪੜ੍ਹਦੇ ਹੋ ਪਹਿਲਾਂ, ਅਤੇ ਇਹਦੇ ਵਿੱਚ ਤੁਹਾਨੂੰ ਇਹ 2 ਮੀਨਿੰਗ ਅਤੇ ਡੈਫੀਨੇਸ਼ਨ ਦਾ ਪਤਾ ਲੱਗਦਾ ਹੈ। ਹੁਣ ਇੱਕ ਅੱਛੀ ਜਿਹੜੀ ਫਾਈਨੈਂਸ਼ੀਅਲ ਪਲਾਨ ਹੋਊਗਾ, ਵਧੀਆ ਵਿੱਤੀ ਯੋਜਨਾ ਹੋਊਗੀ, ਉਹਦੇ ਵਿੱਚ ਕਿਹੜੀਆਂ 2 ਚੀਜ਼ਾਂ, ਕਿਹੜੇ ਗੁਣ ਹੋਣਗੇ, ਕਿਹੜੀਆਂ ਅੱਛੀਆਂ ਕੁਆਲਿਟੀਆਂ ਹੋਣੀਆਂ ਜ਼ਰੂਰੀ ਆ। ਸਿੰਪਲ ਹੋਣਾ ਚਾਹੀਦਾ, ਮਤਲਬ ਉਹ ਸਿਸਟਮ ਇਹੋ ਜਿਹਾ ਹੋਣਾ ਚਾਹੀਦਾ, ਯੋਜਨਾ ਜਿਹੜੀ ਵਿੱਤੀ ਯੋਜਨਾ ਤੁਸੀਂ ਬਣਾ ਰਹੇ ਹੋ ਉਹ ਸਰਲ ਹੋਣੀ ਚਾਹੀਦੀ ਹੈ, ਉਹਦੇ ਰਾਹੀਂ ਅਸੀਂ ਵਿੱਤੀ ਢਾਂਚਾ ਆਸਾਨੀ ਨਾਲ ਸਥਾਪਿਤ ਕਰ ਸਕੀਏ। ਅਤੇ ਉਹਦੇ ਵਿੱਚ ਇਹ ਹੋਣਾ ਚਾਹੀਦਾ ਕਿ ਜੋ ਵੀ ਅਸੀਂ ਸਰੋਤ ਜਾਂ ਜਿਹੜੇ ਸਰੋਤਾਂ ਰਾਹੀਂ ਅਸੀਂ ਫੰਡ ਇਕੱਠੇ ਕਰਨੇ ਉਹਦੇ ਬਾਰੇ ਸਹੀ ਜਾਣਕਾਰੀ ਸਾਨੂੰ ਮਿਲ ਜਾਵੇ, ਤਾਂ ਜੋ ਅਸੀਂ ਅੱਛੀ ਤਰੀਕੇ ਨਾਲ ਪਲੈਨਿੰਗ ਕਰ ਸਕੀਏ। ਸਿੰਪਲ ਹੋਣਾ ਚਾਹੀਦਾ। ਦੂਸਰੇ ਨੰਬਰ 'ਤੇ ਉਹ ਇਸ ਤਰ੍ਹਾਂ ਦਾ ਵਿੱਤੀ ਯੋਜਨਾ ਜਿਹੜੀ ਆ ਉਹ ਸਾਡੇ ਲਈ ਫਾਇਦੇਮੰਦ ਹੋਣੀ ਚਾਹੀਦੀ ਹੈ, ਇਕੋਨੋਮਿਕਲ ਹੋਣੀ ਚਾਹੀਦੀ, ਕਿਫਾਇਤੀ ਹੋਣੀ ਚਾਹੀਦੀ ਆ। ਉਹ ਕਿੱਦਾਂ ਹੋਊਗੀ ਕਿ ਜਿਹੜੇ ਵੀ ਅਸੀਂ ਵਿੱਤੀ ਸਰੋਤ ਲੱਭਦੇ ਪਏ ਹਾਂ ਪੈਸਾ ਇਕੱਠਾ ਕਰਨ ਵਾਸਤੇ, ਉਹਦੀ ਲਾਗਤ ਘੱਟ ਤੋਂ ਘੱਟ ਹੋਣੀ ਚਾਹੀਦੀ ਆ। ਅਤੇ ਫੰਡਾਂ ਦੇ ਅਲੱਗ-ਅਲੱਗ ਜਿਹੜੇ ਸਰੋਤ ਨੇ ਉਹਦੀ ਚੋਣ ਇਸ ਪ੍ਰਕਾਰ ਕੀਤੀ ਜਾਣੀ ਚਾਹੀਦੀ ਹੈ ਕਿ ਸਾਨੂੰ ਜੋ ਵੀ ਫੰਡ ਆ ਉਹ ਘੱਟ ਤੋਂ ਘੱਟ ਲਾਗਤ 'ਤੇ ਪ੍ਰਾਪਤ ਹੋਣ। ਇਹ ਕਰਨ ਲਈ ਸਾਨੂੰ ਆਪਣੇ ਜੋ ਵਿੱਤੀ ਢਾਂਚਾ ਆ ਉਹਦੇ ਵਿੱਚ ਡੈਟ ਕਿੰਨਾ ਹੋਊਗਾ, ਕਰਜ਼ਾ ਕਿੰਨਾ ਹੋਊਗਾ, ਇਕੁਇਟੀ ਕਿੰਨੀ ਹੋਊਗੀ, ਉਹਦੀ ਸਹੀ ਮਾਤਰਾ ਸਾਨੂੰ ਉਹ ਦੱਸਦਾ ਹੋਣਾ ਚਾਹੀਦਾ ਫਾਈਨੈਂਸ਼ੀਅਲ ਪਲਾਨ, ਤਾਂ ਹੀ ਉਹਨੂੰ ਸਹੀ ਆਪਾਂ ਅੱਛਾ ਫਾਈਨੈਂਸ਼ੀਅਲ ਪਲਾਨ ਮੰਨ ਸਕਦੇ ਹਾਂ। ਫਿਰ ਜਿਹੜਾ ਫਾਈਨੈਂਸ਼ੀਅਲ ਪਲੈਨਿੰਗ ਹੈ, ਇੱਕ ਅੱਛਾ ਫਾਈਨੈਂਸ਼ੀਅਲ ਪਲਾਨ ਦੂਰਦਰਸ਼ੀ ਹੋਣਾ ਚਾਹੀਦਾ, ਭਵਿੱਖ ਦੇ ਬਾਰੇ ਸੋਚਣ ਵਾਲਾ ਹੋਣਾ ਚਾਹੀਦਾ ਹੈ, ਭਵਿੱਖ ਦੀਆਂ ਵਿੱਤੀ ਲੋੜਾਂ ਨੂੰ ਸੰਬੰਧਿਤ ਹੋਣਾ ਚਾਹੀਦਾ ਉਹਦੇ ਨਾਲ, ਤਾਂ ਜੋ ਅਸੀਂ ਉਹਦੇ ਵਿੱਚ ਜੋ ਸਾਨੂੰ ਭਵਿੱਖ ਦੇ ਵਿੱਚ ਪੈਸੇ ਦੀ ਲੋੜ ਹੈ ਉਹਦਾ ਸਹੀ ਸਾਨੂੰ ਅਨੁਮਾਨ ਲੱਗ ਸਕੇ, ਅਤੇ ਉਹ ਪੈਸਾ ਕਿੱਥੋਂ ਆਊਗਾ ਇਹਦੇ ਸੰਬੰਧੀ ਵੀ ਅਸੀਂ ਯੋਜਨਾ ਉਹਦੇ ਵਿੱਚੋਂ ਸਾਨੂੰ ਮਿਲ ਸਕੇ, ਤਾਂ ਅੱਛਾ ਵਿੱਤੀ ਪਲਾਨ ਉਹ ਹੀ ਮੰਨਿਆ ਜਾਊਗਾ। ਉਸ ਤੋਂ ਬਾਅਦ ਨੈਕਸਟ ਆ ਜਾਂਦਾ ਹੈ ਕਿ ਜੋ ਇਹ ਅੱਛਾ ਵਿੱਤੀ ਪਲਾਨ ਹੈ ਉਹਦੇ ਵਿੱਚ ਸਾਨੂੰ ਇਹ ਜਾਣਕਾਰੀ ਮਿਲਦੀ ਕਿ ਜਿਹੜੇ ਵੀ ਫੰਡ ਅਸੀਂ ਇਕੱਠੇ ਕਰਨੇ ਉਹਦਾ ਸਹੀ ਢੰਗ ਨਾਲ ਪ੍ਰਯੋਗ ਕਰਨਾ, ਉਹਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ, ਉਹਨੂੰ ਕੰਟਰੋਲ ਕਰਨਾ ਦੁਰਵਰਤੋਂ ਨੂੰ। ਅਤੇ ਜੋ ਵੀ ਵਿੱਤੀ ਯੋਜਨਾ ਹੈਗੀ ਆ ਉਹ ਇਹੋ ਜਿਹੀ ਹੋਣੀ ਚਾਹੀਦੀ ਹੈ ਜਿਹਦੇ ਨਾਲ ਜੋ ਸਾਡੀ ਫਿਕਸਡ ਕੈਪੀਟਲ ਆ ਅਤੇ ਜੋ ਸਾਡੀ ਵਰਕਿੰਗ ਕੈਪੀਟਲ ਆ, ਫਿਕਸਡ ਕੈਪੀਟਲ ਹੁੰਦੀ ਜਿਹੜੀ ਲੰਬੇ ਸਮੇਂ ਵਾਸਤੇ ਹੁੰਦੀ, ਵਰਕਿੰਗ ਕੈਪੀਟਲ ਜੋ ਡੇ ਟੂ ਡੇ ਵਾਸਤੇ ਚਾਹੀਦੀ ਹੁੰਦੀ ਆ, ਉਹਦੇ ਵਿੱਚ ਸੰਤੁਲਨ ਸਥਾਪਿਤ ਕੀਤਾ ਜਾ ਸਕੇ। ਦੋਨੋਂ ਹੀ ਕੈਪੀਟਲ ਜ਼ਰੂਰੀ ਆ ਲੰਬੇ ਸਮੇਂ ਵਾਸਤੇ ਲੌਂਗ ਟਰਮ ਵਾਸਤੇ ਚਾਹੀਦੀ ਆ ਫਿਕਸਡ ਕੈਪੀਟਲ, ਵਰਕਿੰਗ ਕੈਪੀਟਲ ਸ਼ਾਰਟ ਜਾਂ ਵੈਰੀ ਸ਼ਾਰਟ ਟਰਮ ਵਾਸਤੇ ਚਾਹੀਦੀ ਹੁੰਦੀ ਆ। ਅਤੇ ਅੱਛਾ ਫਾਈਨੈਂਸ਼ੀਅਲ ਪਲਾਨ ਉਹ ਹੋਊਗਾ ਜਿਹੜਾ ਸਾਡੀ ਫਿਕਸਡ ਕੈਪੀਟਲ, ਵਰਕਿੰਗ ਕੈਪੀਟਲ ਦੇ ਵਿੱਚ ਉਚਿਤ ਸੰਤੁਲਨ ਜਿਹੜਾ ਮੇਨਟੇਨ ਕਰੂਗਾ, ਬੈਲੈਂਸ ਮੇਨਟੇਨ ਕਰੂਗਾ। ਇਸ ਤੋਂ ਇਲਾਵਾ ਹੋਰ ਅੱਗੇ ਵੱਧਦੇ ਹਾਂ, ਅੱਛੇ ਵਿੱਤੀ ਜਿਹੜਾ ਯੋਜਨਾ ਉਹਦੇ ਵਿੱਚ ਹੋਰ ਕੀ ਖੂਬੀਆਂ ਹੋਣੀਆਂ ਚਾਹੀਦੀਆਂ ਨੇ ਜੋ ਸਾਨੂੰ, ਕਿਉਂਕਿ ਹਰ ਬਿਜ਼ਨਸ ਦੇ ਉੱਤੇ ਸੰਕਟਕਾਲੀਨ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕੰਟੀਜੈਂਸੀਜ਼ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਅਤੇ ਇੱਕ ਅੱਛੀ ਵਿੱਤੀ ਯੋਜਨਾ ਉਹੀ ਹੋਊਗੀ ਜੋ ਕਿ ਸਾਨੂੰ ਇਹਨਾਂ ਪਰਿਸਥਿਤੀਆਂ ਵਿੱਚੋਂ ਉਭਾਰ ਸਕੂਗੀ, ਇਹਨਾਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਲਾਇਕ ਸਾਨੂੰ ਬਣਾਊਗੀ। ਅਤੇ ਸੰਕਟਕਾਲੀਨ ਸਥਿਤੀਆਂ ਦੇ ਵਿੱਚ ਵੀ ਜੋ ਉੱਦਮ ਹੈਗਾ ਆ, ਬਿਜ਼ਨਸ ਹੈਗਾ ਆ, ਉਹ ਆਪਣੀ ਹੋਂਦ ਮੇਨਟੇਨ ਕਰ ਸਕੇ, ਉਹਦੇ ਲਈ ਉਹਨੂੰ ਤਿਆਰ ਕਰੂਗੀ, ਉਹੀ ਅੱਛਾ ਫਾਈਨੈਂਸ਼ੀਅਲ ਪਲਾਨ ਹੋਊਗਾ। ਫਿਰ ਇਸ ਤੋਂ ਇਲਾਵਾ ਇੱਕ ਅੱਛੇ ਫਾਈਨੈਂਸ਼ੀਅਲ ਪਲਾਨ ਦੀ ਹੋਰ ਖੂਬੀ ਇਹ ਹੋ ਸਕਦੀ ਹੈ ਜੋ ਕਿ ਬਿਜ਼ਨਸ ਆਪਣੇ ਕਰਜ਼ਿਆਂ ਨੂੰ ਪੂਰਾ ਕਰਨ ਵਾਸਤੇ ਸਮਰੱਥ ਬਣਾਵੇ। ਇਸ ਤਰ੍ਹਾਂ ਦਾ ਫਾਈਨੈਂਸ਼ੀਅਲ ਪਲਾਨ ਹੋਵੇ ਜੋ ਬਿਜ਼ਨਸ ਨੂੰ ਉਹਦੇ ਕਰਜ਼ਿਆਂ ਨੂੰ ਅਦਾ ਕਰਨ ਦੀ ਸਮਰੱਥਾ
ਜਿਹੜੀ ਉਹਨੂੰ ਵਧਾਵੇ ਤਾਂ ਜੋ ਆਪਣੇ ਭੁਗਤਾਨਾਂ ਨੂੰ ਉਹ ਸਮੇਂ ਸਿਰ ਕਰ ਸਕੇ। ਇਸ ਤੋਂ ਇਲਾਵਾ ਉੱਦਮ ਦੇ ਵਿੱਚ ਇਹਦੇ ਨਾਲ ਕੀ ਹੋਊਗਾ, ਉੱਦਮ ਦੀ ਗੁੱਡਵਿਲ ਪ੍ਰਤਿਸ਼ਠਾ ਜਿਹੜੀ ਆ ਉਹ ਇੰਪਰੂਵ ਹੁੰਦੀ ਆ, ਅੱਛੀ ਹੁੰਦੀ ਆ। ਅਤੇ ਇਸ ਦੇ ਨਾਲ ਨਾਲ ਬਿਜ਼ਨਸ ਦੇ ਵਿੱਚ ਤਰਲਤਾ ਰਹਿਣੀ ਵੀ ਜ਼ਰੂਰੀ ਹੈ। ਮਤਲਬ ਬਿਜ਼ਨਸ ਕੋਲ ਧਨ ਵੀ ਹੋਣਾ ਚਾਹੀਦਾ, ਨਕਦੀ ਵੀ ਹੋਣੀ ਚਾਹੀਦੀ ਹੈ, ਤਾਂ ਜੋ ਆਪਣੇ ਰੋਜ਼ਮਰਰਾ ਦੇ ਜਿਹੜੇ ਖਰਚੇ ਉਹਨਾਂ ਨੂੰ ਆਸਾਨੀ ਦੇ ਨਾਲ ਬਿਜ਼ਨਸ ਪੂਰਾ ਕਰ ਸਕੇ। ਅਤੇ ਇਹ ਖੂਬੀ ਵੀ ਅੱਛੇ ਫਾਈਨੈਂਸ਼ੀਅਲ ਪਲਾਨ ਦੇ ਵਿੱਚ ਹੋਣੀ ਚਾਹੀਦੀ ਹੈ। ਫਲੈਕਸੀਬਿਲਿਟੀ ਹੋਣੀ ਚਾਹੀਦੀ ਆ, ਮਤਲਬ ਕਿਉਂਕਿ ਪਰਿਸਥਿਤੀਆਂ ਹਰ ਵਕਤ ਬਦਲਦੀਆਂ ਰਹਿੰਦੀਆਂ ਨੇ। ਆਪਾਂ ਬਿਜ਼ਨਸ ਇਨਵਾਇਰਮੈਂਟ ਵਾਲੇ ਟੋਪਿਕ 'ਚ ਵੀ ਪੜ੍ਹਿਆ ਸੀਗਾ, 100 ਤਰ੍ਹਾਂ ਦੇ ਇਨਵਾਇਰਮੈਂਟ ਹੁੰਦੇ, ਪੋਲੀਟੀਕਲ, ਇਕਨੋਮੀਕਲ, ਫਾਈਨੈਂਸ਼ੀਅਲ ਇਨਵਾਇਰਮੈਂਟ, ਠੀਕ ਹੈ ਜੀ। ਉਸ ਤੋਂ ਇਲਾਵਾ ਹੋਰ ਵੀ ਕਈ ਇਨਵਾਇਰਮੈਂਟ ਹੁੰਦੇ ਆ, ਅਤੇ ਹਰ ਇੱਕ ਬਿਜ਼ਨਸ ਨੂੰ ਇਹਨਾਂ ਬਿਜ਼ਨਸ ਇਨਵਾਇਰਮੈਂਟ ਦੇ ਵਿੱਚ ਰਹਿਣਾ ਪੈਂਦਾ ਹੈ, ਜੋ ਕਿ ਬੜੇ ਡਾਇਨੇਮਿਕ ਹੁੰਦੇ ਆ, ਚੇਂਜਿਸ ਹੁੰਦੇ ਰਹਿੰਦੇ ਨੇ। ਅਤੇ ਇੱਕ ਅੱਛਾ ਫਾਈਨੈਂਸ਼ੀਅਲ ਪਲਾਨ ਉਹੀ ਹੋਊਗਾ ਜੋ ਲਚਕਸ਼ੀਲ ਹੋਊਗਾ, ਜਿਹਦੇ ਵਿੱਚ ਫਲੈਕਸੀਬਿਲਿਟੀ ਹੋਊਗੀ, ਸਮੇਂ ਅਨੁਸਾਰ, ਲੋੜਾਂ ਅਨੁਸਾਰ, ਸਥਿਤੀਆਂ ਅਨੁਸਾਰ ਜਿਹਨੂੰ ਆਪਾਂ ਪਰਿਵਰਤਨ ਕਰ ਸਕੀਏ। ਜਦੋਂ ਸਾਨੂੰ ਜ਼ਿਆਦਾ ਪੈਸੇ ਦੀ ਲੋੜ ਹੈ ਤਾਂ ਸਾਨੂੰ ਜ਼ਿਆਦਾ ਪੈਸਾ ਮਿਲ ਸਕੇ, ਜਦੋਂ ਘੱਟ ਦੀ ਲੋੜ ਹੈ ਤਾਂ ਸਾਨੂੰ ਘੱਟ ਪੈਸਾ ਮਿਲੇ। ਇਹਦੇ ਲਈ ਸਾਨੂੰ ਕੰਮ ਕਰਨਾ ਚਾਹੀਦਾ। ਇਹਦੇ ਲਈ ਸਾਨੂੰ ਆਪਣੇ ਜਿਹੜੇ ਪੈਸੇ ਸਾਨੂੰ ਵਾਧੂ ਪੈਸੇ ਸਾਨੂੰ ਮਿਲਦੇ ਆ ਉਹਨੂੰ ਅੱਛੇ ਲਾਭਕਾਰੀ ਖੇਤਰਾਂ ਦੇ ਵਿੱਚ ਨਿਵੇਸ਼ ਕਰਨਾ ਚਾਹੀਦਾ। ਅਤੇ ਇੱਕ ਅੱਛਾ ਪਲਾਨ ਉਹੀ ਹੋਊਗਾ ਜੋ ਉੱਦਮ ਦੇ ਵਾਧੇ ਵਿਸਤਾਰ ਸੰਬੰਧੀ ਪ੍ਰੋਗਰਾਮਾਂ ਨੂੰ ਅਸਲੀ ਰੂਪ ਦੇ ਵਿੱਚ, ਅਮਲੀ ਰੂਪ ਦੇ ਵਿੱਚ ਲਿਆ ਸਕੇ। ਅਤੇ ਇਹ ਖੂਬੀ ਵੀ ਉਹਦੇ ਵਿੱਚ ਹੋਣੀ ਚਾਹੀਦੀ ਹੈ। ਅਤੇ ਇਸ ਤੋਂ ਇਲਾਵਾ ਹੋਰ ਕੁਛ ਪੁਆਇੰਟਸ ਹੈਗੇ ਆ। ਇੱਕ ਅੱਛੇ ਫਾਈਨੈਂਸ਼ੀਅਲ ਪਲਾਨ ਉਹ ਹੋਊਗਾ ਜੋ ਬਿਜ਼ਨਸ ਨੂੰ ਇੰਡੀਪੈਂਡੈਂਟ ਬਣਾ ਸਕੇ, ਮਤਲਬ ਬਿਜ਼ਨਸ ਨੂੰ ਬਾਹਰ ਇੱਧਰ ਉੱਧਰ ਪੈਸੇ ਵਾਸਤੇ ਝਾਕਣਾ ਨਾ ਪਵੇ। ਉਹਦੇ ਕੋਲ ਇਹੋ ਜਿਹੀ ਆਪਣੇ ਕੋਲ ਹੀ ਉਹਦੇ ਕੋਲ ਇੰਨਾ ਪੈਸਾ ਆ ਜਾਵੇ ਕਿਸੇ ਤਰੀਕੇ, ਇਸ ਤਰੀਕੇ ਨਾਲ ਲਾਭ ਬਿਜ਼ਨਸ ਕਮਾਵੇ ਤਾਂ ਕਿ ਉਹਨੂੰ ਬਾਹਰਲੇ ਸਰੋਤਾਂ ਤੋਂ ਪੈਸੇ ਦੀ ਜਿਹੜੀ ਹੈਗੀ ਆ ਉਹਦੇ ਵਾਸਤੇ ਦੇਖਣਾ ਨਾ ਪਵੇ। ਆਪਣੇ ਹੀ ਪੈਸੇ ਤੋਂ ਉਹ ਬਹੁਤ ਸਾਰਾ ਜਿਹੜਾ ਹੈਗਾ ਨਿਵੇਸ਼ ਆਪਣੇ ਬਿਜ਼ਨਸ ਵਿੱਚ ਮੁੜ ਤੋਂ ਕਰ ਸਕੇ, ਜਿਹਦੇ ਨਾਲ ਬਾਹਰੀ ਦਖਲ ਤੋਂ ਰੋਕਿਆ ਜਾ ਸਕੇ ਅਤੇ ਬਿਜ਼ਨਸ ਇੰਡੀਪੈਂਡੈਂਟ ਹੋ ਸਕੇ। ਇੱਕ ਅੱਛਾ ਫਾਈਨੈਂਸ਼ੀਅਲ ਪਲਾਨ ਇਹ ਵੀ ਹੁੰਦਾ ਆ। ਅਤੇ ਲਾਸਟ ਵਿੱਚ 2 ਪੁਆਇੰਟ ਹੈਗੇ ਆ ਕਿ ਇੱਕ ਅੱਛੇ ਬਿਜ਼ਨਸ ਪਲਾਨ ਜਾਂ ਫਾਈਨੈਂਸ਼ੀਅਲ ਪਲਾਨ ਦੇ ਵਿੱਚ ਪ੍ਰੋਫਿਟੇਬਿਲਿਟੀ, ਮਤਲਬ ਜੋ ਬਿਜ਼ਨਸ ਦੀ ਪ੍ਰੋਫਿਟੇਬਿਲਿਟੀ ਨੂੰ ਵਧਾਵੇ, ਇਹੋ ਜਿਹੀ ਵਿੱਤੀ ਯੋਜਨਾ ਜਿਹੜੀ ਹੈ ਹੋਣੀ ਚਾਹੀਦੀ ਹੈ ਜਿਹਦੇ ਨਾਲ ਬਿਜ਼ਨਸ ਦੀ ਲਾਭਦਾਇਕਤਾ ਵਧੇ। ਅਤੇ ਜੋ ਵੀ ਫੰਡ ਬਿਜ਼ਨਸ ਪ੍ਰਾਪਤ ਕਰੇ ਉਹਦੇ ਵਿੱਚ ਬਿਜ਼ਨਸ ਨੂੰ ਜਿਹੜਾ ਹੈਗਾ ਪੈਸਾ ਜਿੱਥੋਂ ਵੀ ਆ ਰਿਹਾ, ਕਰਜ਼ੇ ਦੇ ਤੌਰ 'ਤੇ ਆ ਰਿਹਾ ਜਾਂ ਜਿਹੜਾ ਹੈਗਾ ਆ ਸਮਤਾ ਪੂੰਜੀ ਦੇ ਰਾਹੀਂ ਆ ਰਿਹਾ, ਉਹਦੇ ਵਿੱਚ ਬੈਲੈਂਸ ਮੇਨਟੇਨ ਕਰਨਾ ਚਾਹੀਦਾ। ਬਹੁਤਾ ਕਰਜ਼ਾ ਲੈਣਾ ਵੀ ਬਿਜ਼ਨਸ ਵਾਸਤੇ ਨੁਕਸਾਨਦਾਇਕ ਹੈ, ਕਿਉਂਕਿ ਕਰਜ਼ੇ ਦੇ ਉੱਤੇ ਵਿਆਜ ਦੇਣਾ ਪੈਂਦਾ ਆ। ਅਤੇ ਅਗਰ ਸਮਤਾ ਅੰਸ਼ਾਂ ਰਾਹੀਂ ਬਿਜ਼ਨਸ ਪੈਸੇ ਇਕੱਠੇ ਕਰਦਾ ਅਤੇ ਉਹਦੇ ਵਿੱਚ ਵੀ ਸਾਨੂੰ ਆਪਣੀ ਹਿੱਸੇਦਾਰੀ ਜਿਹੜੀ ਆ ਉਹ ਬਾਹਰਲੇ ਲੋਕਾਂ ਨੂੰ ਦੇਣੀ ਪੈਂਦੀ ਹੈ ਅਤੇ ਦਖਲਅੰਦਾਜ਼ੀ ਵੱਧਦੀ ਹੈ। ਅਤੇ ਬਿਜ਼ਨਸ ਨੂੰ ਆਪਣੇ ਫਾਈਨੈਂਸ਼ੀਅਲ ਪਲਾਨ ਇਸ ਤਰ੍ਹਾਂ ਦਾ ਬਣਾਉਣਾ ਚਾਹੀਦਾ ਜਿਹਦੇ ਨਾਲ ਬਿਜ਼ਨਸ ਦੀ ਪ੍ਰੋਫਿਟੇਬਿਲਿਟੀ ਜਾਂ ਲਾਭਦਾਇਕਤਾ ਦੇ ਵਿੱਚ ਇਜ਼ਾਫਾ ਹੋਵੇ, ਵਾਧਾ ਹੋਵੇ। ਅਤੇ ਲਾਸਟ ਵਿੱਚ ਵਿੱਤੀ ਯੋਜਨਾ ਜਿਹੜੀ ਚੰਗੀ ਹੁੰਦੀ ਆ ਉਹ ਵਾਲੀ ਹੁੰਦੀ ਹੈ ਜਿਹਦੇ ਉਦੇਸ਼ ਸਪਸ਼ਟ ਹੁੰਦੇ ਆ। ਅਗਰ ਉਦੇਸ਼ ਪਤਾ ਆ ਪਹਿਲਾਂ ਤੋਂ ਹੀ, ਉੱਦਮ ਦੇ ਉਦੇਸ਼ਾਂ ਦੇ ਨਾਲ ਹੋਣੇ ਚਾਹੀਦੇ, ਜੋ ਸਾਡੇ ਬਿਜ਼ਨਸ ਦੇ ਉਦੇਸ਼ ਆ ਉਹੀ ਸਾਡੀ ਫਾਈਨੈਂਸ਼ੀਅਲ ਪਲੈਨਿੰਗ ਦੇ ਵੀ ਉਦੇਸ਼ ਹੋਣੇ ਚਾਹੀਦੇ ਆ। ਅਤੇ ਹਰ ਇੱਕ ਅੱਛੀ ਬਿਜ਼ਨਸ ਜਿਹੜਾ ਫਾਈਨੈਂਸ਼ੀਅਲ ਪਲਾਨ ਹੈ ਉਹਦੇ ਉਦੇਸ਼ ਇਹੀ ਹੁੰਦਾ ਕਿ ਘੱਟ ਤੋਂ ਘੱਟ ਲਾਗਤ 'ਤੇ ਸਾਨੂੰ ਜਿਹੜੇ ਆ ਜੋ ਜ਼ਰੂਰਤ ਵਾਲੇ ਪੈਸੇ ਸਾਨੂੰ ਚਾਹੀਦੇ ਆ ਉਹ ਮਿਲ ਸਕਣ, ਤਾਂ ਜੋ ਸਾਡੀ ਲਾਗਤ ਘਟੇ ਅਤੇ ਸਾਡੀ ਉਤਪਾਦਕਤਾ ਜਾਂ ਲਾਭਦਾਇਕਤਾ ਜਿਹੜੀ ਆ ਅਧਿਕਤਮ ਹੋਵੇ, ਵਾਧਾ ਕੀਤਾ ਜਾ ਸਕੇ, ਉਹਨੂੰ ਵਧਾਇਆ ਜਾ ਸਕੇ। ਅਤੇ ਇਸ ਤਰੀਕੇ ਨਾਲ ਇੱਕ ਅੱਛੇ ਫਾਈਨੈਂਸ਼ੀਅਲ ਪਲਾਨ ਦੇ ਵਿੱਚ ਇਹ ਸਾਰੀਆਂ ਖੂਬੀਆਂ ਜਿਹੜੀਆਂ ਆਪਾਂ ਪੜ੍ਹੀਆਂ ਇਹ ਹੋਣੀਆਂ ਚਾਹੀਦੀਆਂ। ਤੁਸੀਂ ਇਹ ਪੁਆਇੰਟਸ ਚੰਗੀ ਤਰ੍ਹਾਂ ਇੱਕ ਵਾਰ ਰਿਵਾਈਜ਼ ਕਰ ਲੈਣਾ ਅਤੇ ਲਿਖ ਲੈਣੇ ਅਤੇ ਲਿਖ ਕੇ ਯਾਦ ਕਰਨੇ ਆ। ਨੈਕਸਟ ਟੋਪਿਕ ਹੋ ਜਾਂਦਾ ਕਿ ਜੋ ਸਾਡੀ ਫਾਈਨੈਂਸ਼ੀਅਲ ਪਲੈਨਿੰਗ ਹੈ ਉਹਦੇ ਉਦੇਸ਼ ਕੀ ਹੁੰਦੇ ਨੇ। ਫਾਈਨੈਂਸ਼ੀਅਲ ਪਲੈਨਿੰਗ ਦੇ ਉਦੇਸ਼ ਹੁਣ ਤੱਕ ਤਾਂ ਤੁਹਾਨੂੰ ਸਪਸ਼ਟ ਹੋ ਹੀ ਗਏ ਹੋਣੇ ਆ। ਫਾਈਨੈਂਸ਼ੀਅਲ ਪਲੈਨਿੰਗ ਦੇ ਅਗਰ ਆਪਾਂ ਉਦੇਸ਼ਾਂ ਦੇ ਉੱਤੇ ਝਾਤ ਮਾਰੀਏ ਤਾਂ ਮੋਟੇ ਤੌਰ 'ਤੇ 2-3 ਖਾਸ ਗੱਲਾਂ ਨੇ। ਫਾਈਨੈਂਸ਼ੀਅਲ ਪਲੈਨਿੰਗ ਕਾਹਦੇ ਵਾਸਤੇ ਕੀਤੀ ਜਾਂਦੀ ਆ ਕਿ ਪੈਸਾ ਕਿੱਥੋਂ ਆਊਗਾ ਭਵਿੱਖ ਵਿੱਚ, ਜਿਹੜੀਆਂ ਸਾਡੀਆਂ ਬਿਜ਼ਨਸ ਦੀਆਂ ਗਤੀਵਿਧੀਆਂ ਹੈ ਉਹਨਾਂ ਵਾਸਤੇ ਸਾਨੂੰ ਪੈਸੇ ਕਿੱਥੋਂ ਮਿਲੂਗੇ, ਫੰਡ ਕਿੱਥੋਂ ਮਿਲੂਗੇ, ਅਤੇ ਜਦੋਂ ਮਿਲੂਗੇ ਤਾਂ ਆਪਾਂ ਉਹਨਾਂ ਦੀ ਵਰਤੋਂ ਕਿੱਦਾਂ ਕਰਨੀ ਆ, ਕਿਹੜੇ ਸਰੋਤ ਨੇ, ਉਹਨਾਂ ਸਰੋਤਾਂ ਵਿੱਚੋਂ ਬੈਸਟ ਸਰੋਤ ਦੀ ਚੋਣ ਕਰਨੀ ਹੈ। ਭਵਿੱਖ ਵਾਸਤੇ ਯੋਜਨਾਵਾਂ, ਵਿੱਤੀ ਸਾਧਨਾਂ ਦੀ ਪ੍ਰਾਪਤੀ ਲਈ ਅਤੇ ਉਹਨਾਂ ਦੀਆਂ ਲਈ ਸਾਨੂੰ ਯੋਜਨਾਵਾਂ ਤਿਆਰ ਕਰਨੀਆਂ ਨੇ ਕਿ ਪੈਸਾ ਕਿੱਦਾਂ ਪ੍ਰਾਪਤ ਕਰਨਾ ਹੈ ਅਤੇ ਕਿੱਥੇ ਉਹਨੂੰ ਖਰਚ ਕਰਨਾ ਆ। ਅਤੇ ਉਸ ਤੋਂ ਬਾਅਦ ਉਹਨਾਂ ਦਾ ਪ੍ਰਯੋਗ ਕਰਕੇ ਆਪਾਂ ਨਿਯੰਤਰਿਤ ਤਰੀਕੇ ਦੇ ਨਾਲ, ਮਤਲਬ ਉਹਨਾਂ ਨੂੰ ਇੱਦਾਂ ਨਹੀਂ ਹੈ ਕਿ ਪੈਸਾ ਮਿਲ ਗਿਆ ਅਤੇ ਆਪਾਂ ਉਹਨੂੰ ਵੇਸਟ ਕਰਨਾ ਸ਼ੁਰੂ ਕਰ ਦੇਣਾ, ਫਜ਼ੂਲ ਖਰਚੀ ਸ਼ੁਰੂ ਕਰ ਦੇਣੀ ਆ। ਜਿੱਥੋਂ ਵੀ ਪੈਸਾ ਮਿਲਿਆ ਤੁਹਾਨੂੰ ਪਤਾ ਹੈ ਕਿ ਹਰੇਕ ਪੈਸੇ ਦੇ ਲਈ ਅਸੀਂ ਕੋਸਟ ਪੇ ਕਰਾਂਗੇ। ਕੋਸਟ ਹੁੰਦੀ ਹੈ ਇੰਟਰਸਟ ਵਗੈਰਾ ਜਾਂ ਡਿਵੀਡੈਂਡ ਵਗੈਰਾ ਪੇ ਕਰਨਾ, ਅਤੇ ਸਾਨੂੰ ਆਪਣੀ ਕੋਸਟ ਨੂੰ ਘਟਾਉਣਾ ਹੈ ਤਾਂ ਹੀ ਸਾਡਾ ਮੁਨਾਫਾ ਜਿਹੜਾ ਵਧੂਗਾ। ਅਤੇ ਫਾਈਨੈਂਸ਼ੀਅਲ ਪਲੈਨਿੰਗ ਦਾ ਉਦੇਸ਼ ਇਹੀ ਆ ਕਿ ਪੈਸੇ ਪਹਿਲਾਂ ਤਾਂ ਪ੍ਰਾਪਤ ਕਰਨੇ ਆ, ਕਿਹੜੇ ਸਰੋਤ ਆ ਉਹਨਾਂ ਦੀ ਚੋਣ ਕਰਨੀ ਆ ਅਤੇ ਯੋਜਨਾਵਾਂ ਬਣਾਉਣੀਆਂ ਨੇ ਭਵਿੱਖ ਵਾਸਤੇ। ਅਤੇ ਜੋ ਪੈਸਾ ਸਾਨੂੰ ਪ੍ਰਾਪਤ ਹੋਇਆ ਉਹਦੇ ਉੱਤੇ ਨਿਯੰਤਰਣ ਸਥਾਪਿਤ ਕਰਨਾ ਆ। ਜੋ ਵੀ ਸਾਡੇ
ਉੱਦਮ ਦੇ ਵਿੱਤੀ ਨਤੀਜੇ ਆ ਉਹਨਾਂ ਦਾ ਵਿਸ਼ਲੇਸ਼ਣ ਕਰਨਾ, ਮਤਲਬ ਸਾਡੇ ਰਿਜ਼ਲਟਸ ਕੀ ਆਏ ਆ, ਜੋ ਅਸੀਂ ਪੈਸਾ ਯੂਜ਼ ਕੀਤਾ ਉਹਦੇ ਨਾਲ ਸਾਡੇ ਬਿਜ਼ਨਸ ਦਾ ਰਿਜ਼ਲਟ ਕਿੱਦਾਂ ਦਾ ਰਿਹਾ, ਜੋ ਐਕਟੀਵਿਟੀਜ਼ ਅਸੀਂ ਪਰਫੋਰਮ ਕੀਤੀਆਂ ਉਹਦੇ ਦੋ ਸਾਨੂੰ ਕੀ ਸਿੱਟੇ ਨਿਕਲੇ ਆ। ਰਿਪੋਰਟਾਂ ਤਿਆਰ ਕਰਕੇ ਉੱਚ ਪ੍ਰਬੰਧਨ ਨੂੰ ਦੇਣੀਆਂ ਹੈਗੀਆਂ ਭਵਿੱਖ ਲਈ, ਤਾਂ ਕਿ ਭਵਿੱਖ ਲਈ ਜੋ ਵੀ ਵਿੱਤੀ ਕਾਰਜ ਆ ਉਹਦੇ ਸੰਬੰਧੀ ਸੁਝਾਅ ਦਿੱਤੇ ਜਾ ਸਕਣ। ਸੰਕਟਕਾਲੀਨ ਸਥਿਤੀਆਂ ਦਾ ਸਾਹਮਣਾ ਕਰਨ ਦੇ ਆਪਣੇ ਯੋਗ ਬਣਾਉਂਦੀ ਹੈ ਜਿਹੜੀ ਫਾਈਨੈਂਸ਼ੀਅਲ ਪਲੈਨਿੰਗ ਆ। ਅਤੇ ਇਸ ਤੋਂ ਇਲਾਵਾ ਜੋ ਬਿਜ਼ਨਸ ਦੀ ਕਰਜ਼ ਅਦਾ ਕਰਨ ਦੀ ਸਮਰੱਥਾ ਆ ਜਾਂ ਤਰਲਤਾ ਆ ਉਹਨੂੰ ਕਾਇਮ ਰੱਖਣ ਦਾ ਵੀ ਉਦੇਸ਼ ਜਿਹੜਾ ਹੈ ਨਿਭਾਉਂਦੀ ਆ ਫਾਈਨੈਂਸ਼ੀਅਲ ਪਲੈਨਿੰਗ ਜਾਂ ਵਿੱਤੀ ਨਿਯੋਜਨ। ਅਤੇ ਇਹ ਸਾਰੇ ਉਦੇਸ਼ ਨੇ ਵਿੱਤੀ ਨਿਯੋਜਨ ਦੇ। ਇਸ ਤੋਂ ਬਾਅਦ ਅਗਰ ਆਪਾਂ ਇਹਨੂੰ ਸਮਝ ਲਿਆ ਹੈਗਾ ਅਤੇ ਨੈਕਸਟ ਹੁਣ ਆਪਣੇ ਕੋਲ ਅਗਲਾ ਟੌਪਿਕ ਆ ਵਿੱਤੀ ਨਿਯੋਜਨ ਦੇ ਵਿੱਚ ਕਿਹੜੇ ਕਿਹੜੇ ਤੱਤ ਨੇ ਸ਼ਾਮਲ ਨੇ। ਅਤੇ ਇਹਦੇ ਵਿੱਚ ਵਿੱਤੀ ਨਿਯੋਜਨ ਦੇ ਵਿੱਚ 3 ਤੱਤ ਨੇ ਹੇਠਾਂ ਦਿੱਤੇ ਜਿਹੜੇ ਤੱਤ ਤੁਸੀਂ ਦੇਖ ਪਾ ਰਹੇ ਹੋ। ਪਹਿਲਾਂ ਤਾਂ ਅਸੀਂ ਆਪਣੇ ਬਿਜ਼ਨਸ ਦੇ ਜੋ ਵੀ ਵਿੱਤੀ ਉਦੇਸ਼ ਆ ਉਹਦਾ ਨਿਰਧਾਰਨ ਕਰਨਾ ਹੈ। ਸਾਡੇ ਬਿਜ਼ਨਸ ਦੇ ਵਿੱਤੀ ਉਦੇਸ਼ਾਂ ਦਾ ਨਿਰਧਾਰਨ ਕਰਨਾ ਹੈ ਸ਼ਾਰਟ ਟਰਮ ਐਜ਼ ਵੈਲ ਐਜ਼ ਲੌਂਗ ਟਰਮ। ਇਹ ਉਦੇਸ਼ ਵਿੱਤੀ ਨਿਯੋਜਨ ਅਤੇ ਵਿੱਤੀ ਗਤੀਵਿਧੀਆਂ ਵਿੱਚ ਪ੍ਰਬੰਧਕ ਦਾ ਮਾਰਗਦਰਸ਼ਨ ਕਰਦੇ ਨੇ। ਮਤਲਬ ਜੋ ਬਿਜ਼ਨਸ ਦਾ ਮੈਨੇਜਰ ਆ ਉਹਨੂੰ ਇਹ ਜੋ ਸਾਡੇ ਇਹ ਉਦੇਸ਼ ਆਪਾਂ ਨਿਰਧਾਰਿਤ ਕਰਾਂਗੇ ਸ਼ਾਰਟ ਟਰਮ ਐਜ਼ ਵੈਲ ਐਜ਼ ਲੌਂਗ ਟਰਮ, ਇਹ ਸਾਡੇ ਮੈਨੇਜਰ ਨੂੰ ਗਾਈਡ ਕਰੂਗੇ ਕਿ ਉਹਨੇ ਕਿਸ ਤਰੀਕੇ ਨਾਲ ਮੈਨੇਜਮੈਂਟ ਕਰਨੀ ਆ। ਉੱਦਮ ਲਈ ਆਦਰਸ਼ ਪੂੰਜੀ ਢਾਂਚੇ ਦਾ ਨਿਰਧਾਰਨ ਉਦੇਸ਼ਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਕੀਤਾ ਜਾਣਾ। ਅਤੇ ਦੂਜੇ ਪਾਸੇ ਉੱਦਮ ਲਈ ਜੋ ਵੀ ਕਾਰਜਕਾਰੀ ਪੂੰਜੀ ਆ ਉਹਦਾ ਪ੍ਰਬੰਧ ਕਰਨ ਸਮੇਂ ਸਾਨੂੰ ਜਿਹੜੇ ਸ਼ਾਰਟ ਟਰਮ ਉਦੇਸ਼ ਆ ਉਹਨੂੰ ਧਿਆਨ ਵਿੱਚ ਰੱਖਣਾ ਹੈਗਾ ਹੈ, ਕਿਉਂਕਿ ਡੇ ਟੂ ਡੇ ਬੇਸਿਸ 'ਤੇ ਸਾਨੂੰ ਪੈਸੇ ਦੀ ਲੋੜ ਆ ਗਤੀਵਿਧੀਆਂ ਨੂੰ ਪੂਰਾ ਕਰਨ ਵਾਸਤੇ। ਅਤੇ ਪਹਿਲਾ ਕੰਮ ਤਾਂ ਇਹੀ ਹੈ ਕਿ ਆਪਣੀ ਬਿਜ਼ਨਸ ਦੇ ਫਾਈਨੈਂਸ਼ੀਅਲ ਓਬਜੈਕਟਿਵਸ ਨੂੰ ਨਿਰਧਾਰਿਤ ਕਰਨਾ। ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਇੱਕ ਚੀਜ਼ ਇਹਦੇ ਉੱਤੇ ਫੋਕਸ ਕੀਤਾ ਜਾਂਦਾ। ਦੂਸਰੇ ਨੰਬਰ 'ਤੇ ਫਾਈਨੈਂਸ਼ੀਅਲ ਪੋਲਿਸੀਜ਼ ਬਣਾਉਣਾ, ਵਿੱਤੀ ਨੀਤੀਆਂ ਤਿਆਰ ਕਰਨੀਆਂ। ਵਿੱਤੀ ਨੀਤੀਆਂ ਤਿਆਰ ਕਰਨ ਦਾ ਕੰਮ ਵੀ ਜਿਹੜਾ ਆ ਉਦੇਸ਼ਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾਂਦਾ, ਕਿਉਂਕਿ ਉਦੇਸ਼ਾਂ ਦੀ ਪ੍ਰਾਪਤੀ ਕਰਨ ਵਾਸਤੇ ਜੋ ਵੀ ਸਾਡੇ ਓਬਜੈਕਟਿਵਸ ਆ ਉਹਨੂੰ ਪੂਰਾ ਕਰਨ ਵਾਸਤੇ ਸਾਨੂੰ ਪਾਲਿਸੀਆਂ ਬਣਾਉਣੀਆਂ ਪੈਂਦੀਆਂ ਨੇ। ਪਾਲਿਸੀਆਂ ਤੋਂ ਬਾਅਦ ਫਿਰ ਪ੍ਰੋਸੀਜਰ ਤਿਆਰ ਕਰਨੇ ਪੈਂਦੇ ਨੇ। ਅਤੇ ਇਹ 3 ਇਹਦੇ ਓਬਜੈਕਟਿਵਸ ਹੈਗੇ ਆ, ਐਲੀਮੈਂਟਸ ਹੈਗੇ ਆ। ਇੱਕ ਤਾਂ ਓਬਜੈਕਟਿਵਸ ਫਾਈਨੈਂਸ਼ੀਅਲ ਓਬਜੈਕਟਿਵਸ ਨਿਰਧਾਰਿਤ ਕਰਨਾ, ਫਿਰ ਪਾਲਿਸੀਆਂ ਬਣਾਉਣਾ ਉਹਨਾਂ ਓਬਜੈਕਟਿਵਸ ਨੂੰ ਪੂਰਾ ਕਰਨ ਵਾਸਤੇ। ਇਹਨਾਂ ਵਿੱਚ ਆਹ ਸਾਰੀਆਂ ਚੀਜ਼ਾਂ ਸ਼ਾਮਲ ਹੋਣਗੀਆਂ ਕਿ ਵਿੱਤੀ ਲੋੜਾਂ ਜੋ ਸਾਡੀਆਂ ਹੈਗੀਆਂ ਉਹਨਾਂ ਪੂਰਾ ਕਰਨ ਲਈ ਸਾਨੂੰ ਕਿੰਨਾ ਪੈਸਾ ਚਾਹੀਦਾ ਆ, ਅਤੇ ਸਾਡਾ ਜਿਹੜਾ ਕੈਪੀਟਲ ਸਟਰਕਚਰ ਹੋਊਗਾ ਉਹਦੇ ਵਿੱਚ ਕਰਜ਼ ਅਤੇ ਅੰਸ਼ ਪੂੰਜੀ ਦਾ ਅਨੁਪਾਤ ਕਿੰਨਾ ਹੋਊਗਾ, ਵਿੱਤੀ ਜਿਹੜਾ ਪੈਸਾ ਆ ਉਹ ਕਿਹੜੇ ਕਿਹੜੇ ਸਰੋਤਾਂ ਰਾਹੀਂ ਆਊਗਾ, ਲਾਭਾਂਸ਼ ਦੇ ਰੂਪ ਵਿੱਚ ਅਸੀਂ ਲਾਭ ਵਿੱਚੋਂ ਕਿੰਨਾ ਪੈਸਾ ਆਪਣੇ ਨਿਵੇਸ਼ਕਾਂ ਨੂੰ ਦੇਵਾਂਗੇ, ਕਾਰਜਕਾਰੀ ਪੂੰਜੀ ਦਾ ਪ੍ਰਬੰਧ ਕਿੱਦਾਂ ਕਰਾਂਗੇ, ਲਾਭ ਦੇ ਹਿੱਸੇ ਨੂੰ ਮੁੜ ਤੋਂ ਬਿਜ਼ਨਸ ਦੇ ਵਿਕਾਸ ਵਾਸਤੇ ਕਿੱਦਾਂ ਪ੍ਰਯੋਗ ਕੀਤਾ ਜਾਊਗਾ, ਨਕਦੀ ਅਤੇ ਵਿਭਿੰਨ ਸੰਪੱਤੀਆਂ ਦਾ ਕੁਸ਼ਲ ਪ੍ਰਬੰਧਨ ਕਰਨਾ। ਇਹ ਸਾਰੀਆਂ ਚੀਜ਼ਾਂ ਇਹਦੇ ਬਾਰੇ ਫਾਈਨੈਂਸ਼ੀਅਲ ਪੋਲਿਸੀਜ਼ ਆਪਾਂ ਨੂੰ ਗਾਈਡ ਕਰਦੀਆਂ ਨੇ, ਬਣਾਈਆਂ ਜਾਂਦੀਆਂ ਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ। ਅਤੇ ਤੀਸਰੀ ਜਿਹੜੀ ਚੀਜ਼ ਆ, ਜਿਹੜਾ ਤੀਸਰਾ ਤੱਤ ਹੈਗਾ ਫਾਈਨੈਂਸ਼ੀਅਲ ਪਲੈਨਿੰਗ ਦਾ, ਉਹ ਹੈਗਾ ਆ ਫਾਈਨੈਂਸ਼ੀਅਲ ਪ੍ਰੋਸੀਜਰਸ ਡਿਵੈਲਪ ਕਰਨਾ, ਵਿੱਤੀ ਪ੍ਰਕਿਰਿਆਵਾਂ ਨੂੰ ਵਿਕਸਿਤ ਕਰਨਾ। ਵਿੱਤੀ ਨੀਤੀਆਂ ਨੂੰ ਜਦ ਆਪਾਂ ਨੀਤੀਆਂ ਬਣਾ ਲਈਆਂ ਓਬਜੈਕਟਿਵਸ ਨੂੰ ਧਿਆਨ ਵਿੱਚ ਰੱਖ ਕੇ, ਅਤੇ ਹੁਣ ਸਾਨੂੰ ਕੁਛ ਪ੍ਰੋਸੀਜਰਸ ਵੀ ਬਣਾਉਣੇ ਪੈਣੇ ਆ। ਪ੍ਰੋਸੀਜਰਸ ਮਤਲਬ ਸਾਡੇ ਮਤਲਬ ਉਹ ਨੀਤੀਆਂ ਕਿੱਦਾਂ ਆਪਾਂ ਲਾਗੂ ਕਰਨੀਆਂ ਨੇ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਜਿਹੜਾ ਹੈਗਾ ਹੈ ਪ੍ਰੋਸੀਜਰਸ ਜਿਹੜੇ ਬਣਾਏ ਜਾਂਦੇ ਨੇ। ਤੀਸਰਾ ਮਹੱਤਵਪੂਰਨ ਤੱਤ ਹੈ ਇਹ। ਇਹਦੇ ਵਿੱਚ ਹਰੇਕ ਵਿਭਾਗ ਨੂੰ ਕੁਛ ਨਾ ਕੁਛ ਅਧਿਕਾਰ ਸ਼ਕਤੀ ਦਿੱਤੀ ਜਾਂਦੀ ਹੈ। ਇਹਨਾਂ ਪ੍ਰਕਿਰਿਆਵਾਂ ਦੇ ਆਧਾਰ 'ਤੇ ਵਿਭਿੰਨ ਵਿਭਾਗ ਜਿਹੜੇ ਆਪਣੇ ਕਾਰਜਾਂ ਦਾ ਸੰਚਾਲਨ ਕਰਦੇ ਨੇ। ਕਾਰਜ ਕੁਸ਼ਲਤਾ ਸੰਬੰਧੀ ਮਾਪਦੰਡ ਜਾਂ ਸਟੈਂਡਰਡ ਤਿਆਰ ਕੀਤੇ ਜਾਂਦੇ ਨੇ, ਅਤੇ ਉਸ ਤੋਂ ਬਾਅਦ ਕਾਰਜ ਕੁਸ਼ਲਤਾ ਵਿੱਚ ਅਗਰ ਕੋਈ ਕਮੀ ਰਹਿ ਜਾਂਦੀ ਹੈ ਤਾਂ ਉਹਨਾਂ ਨੂੰ ਸਹੀ ਕਰਨ ਲਈ ਕਾਰਵਾਈ ਕੀਤੀ ਜਾਂਦੀ ਹੈਗੀ ਹੈ। ਅਤੇ ਇਸ ਤਰੀਕੇ ਨਾਲ ਅਲੱਗ-ਅਲੱਗ ਜਿਹੜੇ ਪ੍ਰੋਸੀਜਰਸ ਫਾਈਨੈਂਸ਼ੀਅਲ ਪ੍ਰੋਸੀਜਰਸ ਜਿਹੜੇ ਡਿਵੈਲਪ ਕੀਤੇ ਜਾਂਦੇ ਹੈਗੇ ਨੇ। ਅਤੇ ਇਹ ਚੀਜ਼ ਹੈਗੀ ਆ, 3 ਐਲੀਮੈਂਟਸ ਹੈਗੇ ਆ ਫਾਈਨੈਂਸ਼ੀਅਲ ਪਲੈਨਿੰਗ ਦੇ। ਹੁਣ ਆਪਣੇ ਕੋਲ ਅੱਗੇ ਆ ਜਾਂਦਾ ਹੈ ਕਿ ਫਾਈਨੈਂਸ਼ੀਅਲ ਪਲੈਨਿੰਗ ਹੁੰਦੀ ਕਿੰਨੇ ਤਰ੍ਹਾਂ ਦੀ ਹੈ, ਅਤੇ 3 ਤਰ੍ਹਾਂ ਦੀ ਹੁੰਦੀ ਹੈ ਸ਼ਾਰਟ ਟਰਮ, ਮੀਡੀਅਮ ਟਰਮ ਅਤੇ ਲੌਂਗ ਟਰਮ ਫਾਈਨੈਂਸ਼ੀਅਲ ਪਲੈਨਿੰਗ। ਨਾਮ ਤੋਂ ਹੀ ਪਤਾ ਲੱਗ ਜਾਂਦਾ ਸ਼ਾਰਟ ਟਰਮ ਮਤਲਬ ਬਿਲੋ 1 ਈਅਰ ਜਾਂ 1 ਈਅਰ ਤੱਕ ਦੀ ਹੁੰਦੀ ਆ। ਇਹਦੇ ਵਿੱਚ ਆਪਾਂ ਸ਼ਾਰਟ ਟਰਮ ਕੈਸ਼ ਬਜਟ, ਪ੍ਰੋਜੈਕਟਿਡ P&L ਪ੍ਰੋਫਿਟ ਐਂਡ ਲੋਸ ਅਕਾਊਂਟ, ਫੰਡਾਂ ਦੇ ਸਰੋਤ ਅਤੇ ਉਹਨਾਂ ਦੇ ਖਰਚੇ ਸੰਬੰਧੀ ਕਿੱਥੇ ਆਪਾਂ ਉਹ ਪੈਸਾ ਯੂਜ਼ ਕੀਤਾ ਉਹਦੇ ਸੰਬੰਧੀ ਸਟੇਟਮੈਂਟ ਤਿਆਰ ਕਰਨਾ, ਵਰਕਿੰਗ ਕੈਪੀਟਲ ਜਾਂ ਜਿਹੜੀ ਕਾਰਜਕਾਰੀ ਪੂੰਜੀ ਉਹਦਾ ਅਨੁਮਾਨ ਲਗਾਉਣਾ ਆਦਿ ਇਹਦੇ ਵਿੱਚ ਸ਼ਾਮਲ ਨੇ। ਮੀਡੀਅਮ ਟਰਮ ਵਿੱਤੀ ਨਿਯੋਜਨ ਹੁੰਦੇ ਆ ਜਿਹੜੇ ਕਿ 1 ਸਾਲ ਤੋਂ 5 ਸਾਲ ਤੱਕ ਵਾਸਤੇ ਬਣਾਏ ਜਾਂਦੇ ਨੇ। ਅਤੇ ਇਹਦੇ ਵਿੱਚ ਜਿਹੜਾ ਹੈਗਾ ਆ ਆਪਾਂ ਇਸ ਨਿਯੋਜਨ ਦੇ ਵਿੱਚ ਅਸੀਂ ਸੰਪੱਤੀਆਂ ਦੀ ਸਾਂਭ ਸੰਭਾਲ ਕਿੱਦਾਂ ਕਰਨੀ ਆ, ਜਿਹੜੀਆਂ ਸੰਪੱਤੀਆਂ ਪੁਰਾਣੀਆਂ ਹੋ ਗਈਆਂ ਉਹਨਾਂ ਦੀ ਰਿਪਲੇਸਮੈਂਟ ਵਾਸਤੇ ਪੈਸਾ ਕਿੱਥੋਂ ਆਊਗਾ, ਰਿਸਰਚ ਐਂਡ ਡਿਵੈਲਪਮੈਂਟ ਵਾਲੀਆਂ ਗਤੀਵਿਧੀਆਂ ਸੰਬੰਧਿਤ ਜਿਹੜਾ ਆ ਫਾਈਨੈਂਸ਼ੀਅਲ ਪਲੈਨਿੰਗ ਕਰਦੇ ਹੈਗੇ ਆ।
ਅਤੇ ਤੀਸਰੇ ਨੰਬਰ 'ਤੇ ਆ ਜਾਂਦੀ ਹੈ ਲੰਬੇ ਸਮੇਂ ਜਾਂ ਦੀਰਘਕਾਲੀਨ ਵਿੱਤੀ ਨਿਯੋਜਨ ਜਾਂ ਲੌਂਗ ਟਰਮ ਫਾਈਨੈਂਸ਼ੀਅਲ ਪਲੈਨਿੰਗ। ਇਹਦੇ ਵਿੱਚ 5 ਸਾਲ ਤੋਂ ਵਧੇਰੇ ਸਮੇਂ ਵਾਸਤੇ ਜਿਹੜੀ ਹੈ ਫਾਈਨੈਂਸ਼ੀਅਲ ਪਲੈਨਿੰਗ ਕੀਤੀ ਜਾਂਦੀ ਆ। ਇਹਦੇ ਵਿੱਚ ਅਸੀਂ ਉੱਦਮ ਦੀਆਂ ਦੀਰਘਕਾਲੀਨ ਲੰਬੇ ਸਮੇਂ ਦੀਆਂ ਜੋ ਪੂੰਜੀ ਦੀਆਂ ਲੋੜਾਂ ਹੈਗੀਆਂ ਨੇ, ਜੋ ਸਾਡਾ ਪੂੰਜੀ ਢਾਂਚਾ ਹੋਊਗਾ ਉਹਦੀ ਰੂਪਰੇਖਾ ਤਿਆਰ ਕਰਨੀ, ਉੱਦਮ ਨੂੰ ਆਪਾਂ ਵਧਾਉਣਾ ਫੈਲਾਉਣਾ ਕਿੱਦਾਂ ਹੈਗਾ ਆ, ਉਹਦੇ ਵਿੱਚ ਡਾਈਵਰਸੀਫਿਕੇਸ਼ਨ ਜਾਂ ਵਿਭਿੰਨੀਕਰਨ ਕਿੱਦਾਂ ਲੈ ਕੇ ਆਉਣਾ ਆ, ਉਹਦੇ ਲਈ ਪੈਸਾ ਕਿੱਥੋਂ ਆਊਗਾ, ਇਹਦੀ ਸਾਰੀ ਵਿਵਸਥਾ ਕਿੱਦਾਂ ਕੀਤੀ ਜਾਊਗੀ, ਇਹਦੇ ਵਾਸਤੇ ਪਲੈਨਿੰਗ ਕਰਦੇ ਹੈਗੇ ਆ ਲੌਂਗ ਟਰਮ ਫਾਈਨੈਂਸ਼ੀਅਲ ਪਲੈਨਿੰਗ। ਅਤੇ ਇਹ 3 ਤਰ੍ਹਾਂ ਦੀ ਫਾਈਨੈਂਸ਼ੀਅਲ ਪਲੈਨਿੰਗ ਹੈ, ਇਹਦੇ ਬਾਰੇ ਤੁਸੀਂ ਇੱਥੋਂ ਪੜ੍ਹ ਲੈਣਾ ਹੈਗਾ ਆ। ਹੁਣ ਅਗਲਾ ਟੌਪਿਕ ਆ ਜਾਂਦਾ ਹੈਗਾ ਆ ਫਾਈਨੈਂਸ਼ੀਅਲ ਪਲੈਨਿੰਗ ਕਿਉਂ ਜ਼ਰੂਰੀ ਹੈਗੀ ਹੈ। ਹੁਣ ਤੱਕ ਤਾਂ ਪਤਾ ਲੱਗੇ ਗਿਆ ਕਿ ਫਾਈਨੈਂਸ ਕਿਉਂ ਜ਼ਰੂਰੀ ਹੈ। ਬਿਜ਼ਨਸ ਦੇ ਵਿੱਚ ਪੈਸੇ ਤੋਂ ਬਿਨਾਂ ਤਾਂ ਕੋਈ ਵੀ ਚੀਜ਼ ਨਹੀਂ ਕੀਤੀ ਜਾ ਸਕਦੀ, ਅਤੇ ਅਗਰ ਪੈਸਾ ਜ਼ਰੂਰੀ ਹੈ ਤਾਂ ਫਿਰ ਉਹਦੀ ਪਲੈਨਿੰਗ ਵੀ ਜ਼ਰੂਰੀ ਹੈ। ਬਿਕੋਜ਼ ਬਿਨਾਂ ਪਲੈਨਿੰਗ ਤੋਂ ਅਸੀਂ ਪੈਸਾ ਪਹਿਲੋਂ ਤਾਂ ਸਾਨੂੰ ਮਿਲੂਗਾ ਹੀ ਨਹੀਂ, ਅਤੇ ਅਗਰ ਆਪਾਂ ਪਲੈਨਿੰਗ ਤੋਂ ਬਗੈਰ ਜਿਹੜਾ ਪੈਸਾ ਪ੍ਰਾਪਤ ਵੀ ਕਰ ਲਾਂਗੇ ਜਾਂ ਉਹਨੂੰ ਖਰਚ ਕਰਾਂਗੇ ਤਾਂ ਉਹ ਸਾਨੂੰ ਸਹੀ ਰਿਜ਼ਲਟ ਨਹੀਂ ਦੇਊਗਾ। ਇਸ ਕਰਕੇ ਫਾਈਨੈਂਸ਼ੀਅਲ ਪਲੈਨਿੰਗ ਤਾਂ ਬਿਜ਼ਨਸ ਵਾਸਤੇ, ਆਪਣੇ ਉਦੇਸ਼ਾਂ ਦੀ ਪੂਰਤੀ ਵਾਸਤੇ ਬਹੁਤ ਜ਼ਰੂਰੀ ਹੈ, ਬਿਜ਼ਨਸ ਦੇ ਵਿਕਾਸ ਵਾਸਤੇ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਕੁਛ ਪੁਆਇੰਟ ਆ ਜਿਨ੍ਹਾਂ ਤੋਂ ਰਾਹੀਂ ਇਹ ਸਪਸ਼ਟ ਹੁੰਦਾ ਹੈ ਕਿ ਫਾਈਨੈਂਸ਼ੀਅਲ ਪਲੈਨਿੰਗ ਬਹੁਤ ਜ਼ਿਆਦਾ ਜ਼ਰੂਰੀ ਆ। ਪਹਿਲਾ ਜਿਹੜਾ ਪੁਆਇੰਟ ਹੈ ਉਹ ਤਾਂ ਇਹੀ ਹੈ ਕਿ ਬਿਜ਼ਨਸ ਨੂੰ ਸਕਸੈਸਫੁਲ ਬਣਾਉਣ ਵਾਸਤੇ ਫਾਈਨੈਂਸ਼ੀਅਲ ਪਲੈਨਿੰਗ ਬਹੁਤ ਜ਼ਰੂਰੀ ਹੈ। ਕੋਈ ਵੀ ਬਿਜ਼ਨਸ ਸਕਸੈਸਫੁਲ ਤਾਂ ਹੀ ਹੁੰਦਾ ਜਦ ਉੱਥੇ ਪੈਸੇ ਨੂੰ ਸਹੀ ਤਰੀਕੇ ਨਾਲ, ਸਹੀ ਢੰਗ ਨਾਲ ਖਰਚਿਆ ਜਾਂਦਾ ਹੈ, ਅਤੇ ਉਹ ਸਹੀ ਸਮੇਂ 'ਤੇ ਸਹੀ ਮਾਤਰਾ ਦੇ ਵਿੱਚ ਸਾਡੇ ਕੋਲ ਪੈਸਾ ਹੋਣਾ ਚਾਹੀਦਾ ਹੈ। ਇਹ ਤਦ ਹੀ ਸੰਭਵ ਹੈ ਜਦ ਅਸੀਂ ਚੰਗੇ ਤਰੀਕੇ ਨਾਲ ਫਾਈਨੈਂਸ਼ੀਅਲ ਪਲੈਨਿੰਗ ਕਰਾਂਗੇ। ਦੂਸਰੇ ਨੰਬਰ 'ਤੇ ਆ ਜਾਂਦਾ ਹੈ ਕਿ ਫਾਈਨੈਂਸ਼ੀਅਲ ਪਲੈਨਿੰਗ ਦੇ ਨਾਲ ਬਿਜ਼ਨਸ ਨੂੰ ਕਿਫਾਇਤੀ ਤਰੀਕੇ ਨਾਲ ਪੈਸੇ ਨੂੰ ਖਰਚਣ ਦਾ ਆਈਡੀਆ ਲੱਗ ਜਾਂਦਾ ਹੈ, ਕਿਉਂਕਿ ਪੈਸਾ ਜਾਂ ਕੋਈ ਵੀ ਸਰੋਤ ਆ ਬਿਜ਼ਨਸ ਦੇ ਕੋਲ, ਜਿੰਨੇ ਵੀ ਸਾਧਨ ਆ ਉਹ ਜਿਹੜੇ ਲਿਮਟਿਡ ਆ, ਇਹਨਾਂ ਸਾਧਨਾਂ ਦੀ ਦੁਰਵਰਤੋਂ ਬਿਲਕੁਲ ਵੀ ਕਿਸੇ ਵੀ ਕੀਮਤ 'ਤੇ ਨਹੀਂ ਕੀਤੀ ਜਾ ਸਕਦੀ। ਇਸ ਕਰਕੇ ਬਿਜ਼ਨਸ ਨੂੰ ਅਗਰ ਸਹੀ ਢੰਗ ਨਾਲ ਪੈਸੇ ਨੂੰ ਵਰਤਣਾ ਹੈਗਾ ਆ ਅਤੇ ਉਹਦੇ ਲਈ ਫਾਈਨੈਂਸ਼ੀਅਲ ਪਲੈਨਿੰਗ ਬਹੁਤ ਜ਼ਰੂਰੀ ਹੈ। ਫਿਰ ਕੋਆਰਡੀਨੇਸ਼ਨ ਜਾਂ ਤਾਲਮੇਲ ਸਥਾਪਿਤ ਕਰਨ ਵਾਸਤੇ ਵਿਭਿੰਨ ਵਿਭਾਗਾਂ ਦੇ ਵਿੱਚ, ਕਿਉਂਕਿ ਬਿਜ਼ਨਸ ਜਿੱਡਾ ਵੱਡਾ ਬਿਜ਼ਨਸ ਹੁੰਦਾ ਉਹਦੇ ਵਿੱਚ ਉਨਾ ਹੀ ਵਿਭਾਗ ਹੁੰਦੇ ਨੇ, ਉਨੇ ਹੀ ਡਿਪਾਰਟਮੈਂਟਸ ਹੁੰਦੇ ਨੇ, ਅਤੇ ਜਿੰਨੇ ਡਿਪਾਰਟਮੈਂਟਸ ਹੁੰਦੇ ਆ ਉਹ ਆਪਸ ਦੇ ਵਿੱਚ ਜਦ ਤੱਕ ਉਹਨਾਂ ਦੇ ਵਿੱਚ ਕੋਆਰਡੀਨੇਸ਼ਨ ਨਹੀਂ ਹੋਊਗਾ ਤਦ ਤੱਕ ਜਿਹੜਾ ਬਿਜ਼ਨਸ ਆਪਣੇ ਉਦੇਸ਼ਾਂ ਦੀ ਪੂਰਤੀ ਨਹੀਂ ਕਰ ਪਾਊਗਾ, ਬਿਜ਼ਨਸ ਸਕਸੈਸਫੁਲ ਨਹੀਂ ਹੋ ਪਾਊਗਾ। ਅਤੇ ਫਾਈਨੈਂਸ਼ੀਅਲ ਪਲੈਨਿੰਗ ਦੇ ਨਾਲ, ਕਿਉਂਕਿ ਹਰ ਵਿਭਾਗ ਜਿਹੜਾ ਆ ਉਹਨੂੰ ਪੈਸੇ ਦੀ ਲੋੜ ਹੁੰਦੀ ਆ, ਹਰ ਵਿਭਾਗ ਨੂੰ ਪੈਸਾ ਜਿਹੜਾ ਹੈਗਾ ਆ ਉਹ ਚਾਹੀਦਾ ਹੁੰਦਾ ਹੈ, ਅਤੇ ਅਗਰ ਬਿਜ਼ਨਸ ਦੇ ਵਿੱਚ ਆਪਾਂ ਫਾਈਨੈਂਸ਼ੀਅਲ ਪਲੈਨਿੰਗ ਨਹੀਂ ਕਰਾਂਗੇ ਤਾਂ ਜਿਹੜਾ ਵਿਭਾਗ ਆ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਲੜਾਈ ਝਗੜੇ ਜਿਹੜੇ ਆ ਉਹ ਸ਼ੁਰੂ ਹੋ ਜਾਣਗੇ। ਹਰ ਵਿਭਾਗ ਕਹੂਗਾ ਕਿ ਮੈਨੂੰ ਪੈਸੇ ਦੀ ਜ਼ਿਆਦਾ ਲੋੜ ਹੈ, ਦੂਜਾ ਵਿਭਾਗ ਕਹੂਗਾ ਮੈਨੂੰ ਜ਼ਿਆਦਾ ਲੋੜ ਆ, ਅਤੇ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਝਗੜੇ ਸ਼ੁਰੂ ਹੋ ਜਾਣਗੇ, ਜਿਹਦੇ ਨਾਲ ਕੀ ਕੋਆਰਡੀਨੇਸ਼ਨ ਦੀ ਘਾਟ ਆ ਜਾਊਗੀ। ਅਤੇ ਇਸ ਚੀਜ਼ ਨੂੰ ਦੂਰ ਕਰਨ ਵਾਸਤੇ ਫਾਈਨੈਂਸ਼ੀਅਲ ਪਲੈਨਿੰਗ ਦਾ ਹੋਣਾ ਬਹੁਤ ਜ਼ਰੂਰੀ ਹੈਗਾ ਆ। ਫਾਈਨੈਂਸ਼ੀਅਲ ਪਲੈਨਿੰਗ ਦੀ ਹੋਰ ਇੰਪੋਰਟੈਂਸ ਇਹ ਹੈਗੀ ਕਿ ਫਾਈਨੈਂਸ਼ੀਅਲ ਪਲੈਨਿੰਗ ਦੇ ਨਾਲ ਹੈਲਪ ਨਾਲ ਅਸੀਂ ਬਿਜ਼ਨਸ ਦੇ ਵਿੱਚ ਇੱਕ ਅੱਛਾ ਪੂੰਜੀ ਢਾਂਚਾ, ਜਿਹੜਾ ਸਹੀ ਪੂੰਜੀ ਢਾਂਚਾ ਉਹ ਤਿਆਰ ਕਰ ਸਕਦੇ ਹਾਂ। ਪੂੰਜੀ ਵਾਸਤੇ ਸਾਡੇ ਕੋਲ 2 ਰਸਤੇ ਹੁੰਦੇ ਆ, ਡੈਪਟ, ਪੈਸਾ ਅਸੀਂ ਕਿੱਥੋਂ ਇਕੱਠਾ ਕਰ ਸਕਦੇ ਹਾਂ, ਕਰਜ਼ੇ ਰਾਹੀਂ ਜਾਂ ਇਕੁਇਟੀ ਰਾਹੀਂ, ਅਤੇ ਇਹਨਾਂ ਦੋਨਾਂ ਦਾ ਕਿੰਨਾ ਪਰਸੈਂਟੇਜ ਹੋਊਗਾ ਉਹ ਤੋਂ ਡਿਸਾਈਡ ਹੁੰਦਾ ਹੈ ਕਿ ਬਿਜ਼ਨਸ ਦਾ ਕੈਪੀਟਲ ਸਟਰਕਚਰ ਜਿਹੜਾ ਆ, ਪੂੰਜੀ ਢਾਂਚਾ, ਉਹਦੇ ਵਿੱਚ ਇਹਦੀ ਮਾਤਰਾ ਕਿੰਨੀ ਹੋਊਗੀ, ਕੀ 50-50 ਹੋਊਗੀ ਜਾਂ 60-40 ਹੋਊਗੀ ਜਾਂ 70-30 ਹੋਊਗੀ ਜਾਂ 90-10 ਹੋਊਗੀ, ਉਹ ਡਿਪੈਂਡ ਕਰਦਾ ਹੈਗਾ ਆ। ਅਤੇ ਇੱਕ ਅੱਛਾ ਪੂੰਜੀ ਢਾਂਚਾ ਤਿਆਰ ਕਰਨ ਲਈ ਸਾਨੂੰ ਫਾਈਨੈਂਸ਼ੀਅਲ ਪਲੈਨਿੰਗ ਦੀ ਲੋੜ ਹੁੰਦੀ ਆ, ਕਿਉਂਕਿ ਸਾਨੂੰ ਡੈਟ ਅਤੇ ਇਕੁਇਟੀ ਦੋਨਾਂ ਦੀ ਲੋੜ ਆ ਆਪਣੇ ਫਾਈਨੈਂਸ ਨੂੰ ਪ੍ਰਾਪਤ ਕਰਨ ਵਾਸਤੇ, ਅਤੇ ਉਹਦੇ ਵਿੱਚੋਂ ਕਿੰਨਾ ਪੈਸਾ ਅਸੀਂ ਡੈਟ ਰਾਹੀਂ ਇਕੱਠਾ ਕਰਨਾ ਹੈ, ਕਿੰਨਾ ਪੈਸਾ ਇਕੁਇਟੀ ਰਾਹੀਂ ਇਕੱਠਾ ਕਰਨਾ ਹੈ, ਇਹਦਾ ਸਹੀ ਅਨੁਮਾਨ ਅਸੀਂ ਫਾਈਨੈਂਸ਼ੀਅਲ ਪਲੈਨਿੰਗ ਤੋਂ ਕਰ ਸਕਦੇ ਹਾਂ। ਇਸ ਕਰਕੇ ਫਾਈਨੈਂਸ਼ੀਅਲ ਪਲੈਨਿੰਗ ਜ਼ਰੂਰੀ ਆ। ਅਗਲੇ ਜਿਹੜੇ 2 ਪੁਆਇੰਟ ਆ ਉਹ ਇਹ ਦੱਸਦੇ ਆ ਕਿ ਬਿਜ਼ਨਸ ਦੇ ਵਿੱਚ ਪੈਸਾ ਜਿਹੜਾ ਸਾਡੇ ਕੋਲ ਫੰਡਸ ਆਏ ਆ, ਪੈਸਾ ਆਇਆ, ਫੰਡ ਆਏ ਆ, ਉਹਨਾਂ ਨੂੰ ਸਹੀ ਤਰੀਕੇ ਨਾਲ ਕਿੱਦਾਂ ਵਰਤਣਾ ਆ, ਕਿਹੜੀ ਚੀਜ਼ ਦੇ ਉੱਤੇ ਉਹਨੂੰ ਜ਼ਿਆਦਾ ਖਰਚ ਕਰਨਾ ਹੈ, ਕਿੱਥੋਂ ਅਸੀਂ ਆਪਣੇ ਖਰਚੇ ਨੂੰ ਰੋਕਣਾ ਹੈਗਾ ਆ, ਇਹ ਸਾਰਾ ਵੀ ਸਾਨੂੰ ਫਾਈਨੈਂਸ਼ੀਅਲ ਪਲੈਨਿੰਗ ਤੋਂ ਆਈਡੀਆ ਲੱਗਦਾ ਹੈ। ਇਸ ਤੋਂ ਇਲਾਵਾ ਤਰਲਤਾ ਜਾਂ ਲਿਕੁਇਡਿਟੀ ਬਿਜ਼ਨਸ ਦੇ ਵਿੱਚ ਕਿੰਨੀ ਹੋਣੀ ਚਾਹੀਦੀ ਹੈ, ਕਿਉਂਕਿ ਬਿਜ਼ਨਸ ਨੂੰ ਰੋਜ਼ ਆਪਣੇ ਅਲੱਗ-ਅਲੱਗ ਤਰ੍ਹਾਂ ਦੀਆਂ ਗਤੀਵਿਧੀਆਂ ਕਰਨੀਆਂ ਪੈਂਦੀਆਂ, ਉਹਦੇ ਲਈ ਪੈਸੇ ਦੀ ਲੋੜ ਆ, ਨਕਦੀ ਦੀ ਲੋੜ ਆ, ਅਤੇ ਵਿੱਤੀ ਨਿਯੋਜਨ ਦੇ ਰਾਹੀਂ ਅਸੀਂ ਬਿਜ਼ਨਸ ਦੇ ਵਿੱਚ ਤਰਲਤਾ ਦੀ ਉਪਲਬਧਤਾ ਨੂੰ ਯਕੀਨੀ ਬਣਾ ਸਕਦੇ ਹਾਂ, ਅਤੇ ਜਿਹੜਾ ਪੈਸਾ ਸਾਡੇ ਕੋਲ ਆਇਆ ਹੈਗਾ ਉਹਨੂੰ ਕਿੱਥੇ ਖਰਚਣਾ ਹੈ, ਇਹਦੇ ਵਿੱਚ ਸੰਤੁਲਨ ਕਾਇਮ ਕਰ ਸਕਦੇ ਹਾਂ। ਇਸ ਕਰਕੇ ਵਿੱਤੀ ਨਿਯੋਜਨ ਜਿਹੜਾ ਬਹੁਤ ਹੀ ਜ਼ਰੂਰੀ ਹੈ, ਫਾਈਨੈਂਸ਼ੀਅਲ ਪਲੈਨਿੰਗ ਬਹੁਤ ਹੀ ਜ਼ਰੂਰੀ ਹੈਗੀ ਹੈ। ਇਸ ਤੋਂ ਇਲਾਵਾ ਪੈਸੇ ਦੀ ਦੁਰਵਰਤੋਂ ਨੂੰ ਰੋਕਿਆ ਜਾ ਸਕਦਾ ਹੈ, ਕਾਰਜਕੁਸ਼ਲਤਾ ਨੂੰ ਸਹੀ ਤਰੀਕੇ ਨਾਲ ਸਟੈਂਡਰਡਸ ਦੇ ਅਕੋਰਡਿੰਗ ਨਿਰਧਾਰਿਤ ਕਰਕੇ ਵਾਸਤਵਿਕ ਕਾਰਜਕੁਸ਼ਲਤਾ ਦੇ ਨਾਲ ਉਹਦੀ ਤੁਲਨਾ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਅਗਰ ਕੋਈ ਕਮੀ ਰਹਿ ਜਾਂਦੀ ਹੈ ਤਾਂ ਉਹਨੂੰ ਸੋਧਿਆ ਜਾ ਸਕਦਾ ਹੈ। ਵਿੱਤੀ ਨਿਯੋਜਨ ਸਾਨੂੰ ਇਸ ਚੀਜ਼ ਦੇ ਵਿੱਚ ਵੀ ਮਦਦ ਕਰਦਾ ਹੈ, ਇਸ ਕਰਕੇ ਜ਼ਰੂਰੀ ਹੈਗਾ ਹੈ।
ਲਾਭ ਵਧਾ ਸਕਦਾ ਹੈ। ਅਗਰ ਆਪਾਂ ਫਾਈਨੈਂਸ਼ੀਅਲ ਕੋਈ ਵੀ ਚੀਜ਼ ਆਪਾਂ ਪਲੈਨਿੰਗ ਨਾਲ ਕਰਦੇ ਹਾਂ, ਉਹਦੇ ਨਾਲ ਸਾਡੇ ਪ੍ਰੋਫਿਟਸ ਵੱਧਦੇ ਆ। ਔਖੇ ਸਮੇਂ ਵਾਸਤੇ, ਸੰਕਟਕਾਲੀਨ ਸਥਿਤੀਆਂ ਵਾਸਤੇ ਅਸੀਂ ਤਿਆਰ ਹੋ ਜਾਂਦੇ ਹਾਂ, ਕਿਉਂਕਿ ਸਾਨੂੰ ਜੋ ਪਰਿਸਥਿਤੀਆਂ ਹੈਗੀਆਂ ਨੇ ਉਹ ਬਦਲ ਜਾਣੀਆਂ। ਅੱਜ ਜਿੱਦਾਂ ਦੀਆਂ ਚੱਲ ਰਹੀਆਂ ਜ਼ਰੂਰੀ ਨਹੀਂ ਆ ਅੱਗੇ ਵੀ ਉੱਦਾਂ ਦੀਆਂ ਰਹਿਣਗੀਆਂ, ਅਤੇ ਉਹਨਾਂ ਵਾਸਤੇ ਸਾਨੂੰ ਪਹਿਲਾਂ ਤੋਂ ਹੀ ਜਿਹੜਾ ਆ ਪਲੈਨਿੰਗ ਹੈਲਪ ਕਰਦੀ ਹੈ, ਕਿਉਂਕਿ ਪਲੈਨਿੰਗ ਹਮੇਸ਼ਾ ਫਿਊਚਰ ਵਾਸਤੇ ਕੀਤੀ ਜਾਂਦੀ ਹੈ। ਅਤੇ ਅਗਰ ਆਪਾਂ ਹਰ ਇੱਕ ਚੀਜ਼ ਪਲੈਨਿੰਗ ਕਰਕੇ ਕਰ ਰਹੇ ਹਾਂ, ਫਾਈਨੈਂਸ ਦੀ ਪ੍ਰੋਪਰ ਪਲੈਨਿੰਗ ਕਰਕੇ ਕਰ ਰਹੇ ਹਾਂ ਅਤੇ ਖਰਚਾ ਕਰ ਰਹੇ ਹਾਂ, ਜਾਂ ਜਿਹੜੇ ਵੀ ਪੈਸੇ ਸਾਡੇ ਕੋਲ ਅਵੇਲੇਬਲ ਆ ਉਹਨੂੰ ਅਸੀਂ ਸਹੀ ਢੰਗ ਨਾਲ ਯੂਜ਼ ਕਰ ਰਹੇ ਹਾਂ, ਅਤੇ ਉਹਦੇ ਨਾਲ ਅਸੀਂ ਔਖੇ ਤੋਂ ਔਖੇ ਸਮੇਂ ਵਾਸਤੇ ਵੀ ਤਿਆਰ ਹੋ ਸਕਦੇ ਹਾਂ ਅਤੇ ਉਹਨਾਂ ਵਿੱਚੋਂ ਵੀ ਆਪਣੇ ਆਪ ਨੂੰ ਕੱਢ ਸਕਦੇ ਹਾਂ। ਅਤੇ ਹੋਰ ਫਾਈਨੈਂਸ਼ੀਅਲ ਪਲੈਨਿੰਗ ਇਸ ਕਰਕੇ ਵੀ ਜ਼ਰੂਰੀ ਹੈ ਕਿ ਇਹਦੇ ਨਾਲ ਅਸੀਂ ਆਪਣੇ ਬਿਜ਼ਨਸ ਦੇ ਸਾਰੇ ਉਦੇਸ਼ਾਂ ਨੂੰ ਪੂਰਾ ਕਰ ਸਕਦੇ ਹਾਂ, ਚਾਹੇ ਉਹ ਲੌਂਗ ਟਰਮ ਉਦੇਸ਼ ਹੋਣ, ਸ਼ਾਰਟ ਟਰਮ ਉਦੇਸ਼ ਹੋਣ। ਫਿਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਫਾਈਨੈਂਸ਼ੀਅਲ ਪਲੈਨਿੰਗ ਦੀ ਇੰਪੋਰਟੈਂਸ ਹੈ, ਜਿਹੜੇ ਆਪਾਂ ਪੁਆਇੰਟਸ ਪੜ੍ਹੇ ਆ। ਫਾਈਨੈਂਸ਼ੀਅਲ ਪਲੈਨਿੰਗ ਕਿਉਂ ਜ਼ਰੂਰੀ ਹੈ, ਵਿੱਤੀ ਨਿਯੋਜਨ ਕਿਉਂ ਜ਼ਰੂਰੀ ਹੈ। ਨੈਕਸਟ ਟੌਪਿਕ ਆ ਜਾਂਦਾ ਹੈ ਕਿ ਉਹਦੀਆਂ ਕੁਛ ਲਿਮੀਟੇਸ਼ਨਸ ਵੀ ਹੋਣਗੀਆਂ, ਕੁਛ ਉਹਦੀਆਂ ਕਮੀਆਂ ਜਾਂ ਸੀਮਾਵਾਂ ਵੀ ਹੈਗੀਆਂ ਨੇ ਫਾਈਨੈਂਸ਼ੀਅਲ ਪਲੈਨਿੰਗ ਦੀਆਂ, ਉਹਦੇ ਉੱਤੇ ਵੀ ਇੱਕ ਝਾਤ ਮਾਰ ਲੈਂਦੇ ਹਾਂ। ਵਿੱਤੀ ਨਿਯੋਜਨ ਦੀਆਂ 2-3 ਕਮੀਆਂ ਆਪਾਂ ਜਿਹੜੀਆਂ ਮੇਨ ਦੇਖਦੇ ਹਾਂ ਉਹ ਤਾਂ ਇਹੀ ਆ ਕਿ ਇੱਕ ਤਾਂ ਜਿਹੜੀਆਂ ਭਵਿੱਖ ਵਾਸਤੇ ਅਸੀਂ ਇਹ ਜੋ ਵੀ ਅਨੁਮਾਨ ਲਗਾਉਂਦੇ ਹਾਂ, ਭਵਿੱਖਬਾਣੀ ਕਰਦੇ ਹਾਂ, ਇਹਦੇ ਵਿੱਚ ਕਿ ਇੱਦਾਂ ਹੋਊਗਾ, ਉਹਦੇ ਲਈ ਸਾਨੂੰ ਇੰਨਾ ਪੈਸਾ ਚਾਹੀਦਾ ਹੋਊਗਾ, ਅਸੀਂ ਉਹ ਖਰਚਾ ਕਰਾਂਗੇ, ਉਹਦੇ ਲਈ ਇੰਨਾ ਲੇਕਿਨ ਭਵਿੱਖ ਦੇ ਵਿੱਚ ਚੀਜ਼ਾਂ ਮਹਿੰਗੀਆਂ ਸਸਤੀਆਂ ਹੁੰਦੀਆਂ ਰਹਿੰਦੀਆਂ ਨੇ, ਪਰਿਸਥਿਤੀਆਂ ਬਦਲਦੀਆਂ ਰਹਿੰਦੀਆਂ ਨੇ, ਅਤੇ ਉਹਦੇ ਹਿਸਾਬ ਨਾਲ ਸਹੀ ਅਨੁਮਾਨ ਲਗਾ ਪਾਉਣਾ ਬਹੁਤ ਕਠਿਨ ਆ, ਬਹੁਤ ਮੁਸ਼ਕਿਲ ਆ। ਇਸ ਕਰਕੇ ਭਵਿੱਖ ਅਗਰ ਬਹੁਤ ਤੁਹਾਨੂੰ ਪਤਾ ਹੀ ਹੈ, ਅਗਰ ਭਵਿੱਖ ਹੈਗਾ ਨਿਸ਼ਚਿਤ ਹੀ ਹੁੰਦਾ ਹੈ, ਅਤੇ ਜੋ ਵੀ ਆਪਾਂ ਉਹਦੇ ਸੰਬੰਧਿਤ ਪਲੈਨਿੰਗ ਕਰਦੇ ਹਾਂ ਅਤੇ ਉਹ ਵੀ ਆਪਾਂ ਸਹੀ ਕਰ ਸਕਦੇ ਹਾਂ ਕਿ ਨਹੀਂ ਕਰ ਸਕਦੇ, ਇਹ ਮੁਸ਼ਕਿਲ ਦਾ ਜਿਹੜਾ ਕਾਰਨ ਬਣ ਜਾਂਦੀ ਹੈ। ਫਿਰ ਜੋ ਇੱਕ ਵਾਰ ਯੋਜਨਾਵਾਂ ਬਣ ਜਾਂਦੀਆਂ ਉਹਨਾਂ ਨੂੰ ਚੇਂਜ ਕਰਨਾ ਬਹੁਤ ਹੀ ਮੁਸ਼ਕਿਲ ਆ, ਕਿਉਂਕਿ ਪਰਿਸਥਿਤੀਆਂ ਤਾਂ ਬਦਲਦੀਆਂ ਰਹਿੰਦੀਆਂ ਨੇ। ਕਈ ਵਾਰ ਸਰਕਾਰੀ ਪਰਿਸਥਿਤੀਆਂ, ਸਰਕਾਰ ਦੀਆਂ ਪਾਲਿਸੀਆਂ ਬਦਲ ਜਾਂਦੀਆਂ ਨੇ, ਕੋਈ ਮਾਰਕੀਟ ਦੀਆਂ ਕੰਡੀਸ਼ਨਸ ਬਦਲ ਜਾਂਦੀਆਂ ਨੇ, ਅਤੇ ਉਹਦੇ ਨਾਲ ਸਾਡੇ ਜੋ ਪਲੈਨਸ ਇੱਕ ਵਾਰ ਫਾਈਨੈਂਸ਼ੀਅਲ ਪਲੈਨਸ ਬਣ ਜਾਂਦੇ ਉਹਦੇ ਵਿੱਚ ਸਾਨੂੰ ਚੇਂਜ ਕਰਨਾ ਬੜਾ ਹੀ ਔਖਾ ਹੋ ਜਾਂਦਾ ਹੈ, ਕਿਉਂਕਿ ਅਸੀਂ ਜੋ ਵੀ ਪਲੈਨ ਬਣਾਏ ਹੁੰਦੇ ਆ ਉਹ ਇੱਕ ਵਾਰ ਆਪਣੇ ਅਨੁਮਾਨ ਦੇ ਅਨੁਸਾਰ ਬਣਾਏ ਹੁੰਦੇ ਕਿ ਭਵਿੱਖ 'ਚ ਇੱਦਾਂ ਹੋਊਗਾ, ਲੇਕਿਨ ਭਵਿੱਖ ਦੇ ਵਿੱਚ ਅਗਰ ਉਸ ਤੋਂ ਉਲਟ ਕੋਈ ਗਤੀਵਿਧੀ ਹੋ ਜਾਂਦੀ ਹੈ ਅਤੇ ਉਹ ਪਲੈਨ ਚੇਂਜ ਕਰਨੇ ਸਾਡੇ ਵਾਸਤੇ ਕਈ ਵਾਰ ਮੁਸ਼ਕਿਲ ਹੋ ਜਾਂਦੇ ਨੇ, ਅਤੇ ਇਹ ਇੱਕ ਵੱਡੀ ਕਮੀ ਹੈਗੀ ਹੈ ਫਾਈਨੈਂਸ਼ੀਅਲ ਪਲੈਨਿੰਗ ਦੀ। ਕੋਆਰਡੀਨੇਸ਼ਨ ਦੀ ਘਾਟ ਆ ਜਾਂਦੀ ਆ, ਤਾਲਮੇਲ ਦੀ ਘਾਟ ਆ ਜਾਂਦੀ, ਕਿਉਂਕਿ ਵਿੱਤੀ ਯੋਜਨਾ ਦੇ ਵਿੱਚ ਅਸੀਂ ਕਈ ਵਿੱਤੀ ਯੋਜਨਾਵਾਂ ਤਦ ਹੀ ਕਾਮਯਾਬ ਹੋਣਗੀਆਂ ਜਦ ਵਿਭਾਗਾਂ ਦੇ ਵਿੱਚ ਤਾਲਮੇਲ ਸਹੀ ਹੋਊਗਾ। ਲੇਕਿਨ ਅਗਰ ਤੁਹਾਨੂੰ ਪਤਾ ਹੀ ਹੈ ਕਿ ਜਿੰਨੇ ਵੱਡੇ ਬਿਜ਼ਨਸ ਹੁੰਦੇ ਉਹਦੇ ਵਿੱਚ ਜਿੰਨੇ ਵਿਭਾਗ ਹੁੰਦੇ ਆ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਤਾਲਮੇਲ ਦੀ ਘਾਟ ਹੁੰਦੀ ਆ। ਹਰੇਕ ਵਿਭਾਗ ਦਾ ਜਿਹੜਾ ਮੈਨੇਜਰ ਜਾਂ ਕਰਮਚਾਰੀ ਹੁੰਦੇ ਆ ਉਹ ਦੂਜੇ ਵਿਭਾਗ ਦੇ ਕਰਮਚਾਰੀਆਂ ਤੋਂ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਆਪ ਨੂੰ ਬਿਹਤਰ ਸਮਝਦੇ ਆ, ਜਾਂ ਉਹਨਾਂ ਤੋਂ ਜਿਹੜਾ ਹੈਗਾ ਆ ਉਹਨਾਂ ਜੈਲਸ ਹੁੰਦੇ ਆ, ਅਤੇ ਉਹਦੇ ਨਾਲ ਉਹਨਾਂ ਦੇ ਵਿੱਚ ਜੋ ਹੈ ਕੋਆਰਡੀਨੇਸ਼ਨ ਦੀ ਪ੍ਰੋਬਲਮ ਆਉਂਦੀ ਹੈ, ਅਤੇ ਫਾਈਨੈਂਸ਼ੀਅਲ ਪਲੈਨਿੰਗ ਦੇ ਲਈ ਇਹ ਮੁਸ਼ਕਿਲ ਦਾ ਕਾਰਨ ਬਣ ਜਾਂਦੀ ਹੈ। ਕੋਆਰਡੀਨੇਸ਼ਨ ਦਾ ਹੋਣਾ ਬਹੁਤ ਜ਼ਰੂਰੀ ਹੈ, ਤਾਲਮੇਲ ਦਾ ਹੋਣਾ ਬਹੁਤ ਜ਼ਰੂਰੀ ਹੈ, ਜੋ ਕਿ ਆਮ ਤੌਰ 'ਤੇ ਮੁਸ਼ਕਿਲ ਹੋ ਜਾਂਦਾ ਵੱਡੇ ਵਿਭਾਗਾਂ ਦੇ ਵਿੱਚ ਤਾਲਮੇਲ ਸਹੀ ਤਰੀਕੇ ਨਾਲ ਬਿਠਾਉਣਾ। ਅਤੇ ਹੋਰ ਕਮੀਆਂ ਹੈਗੀਆਂ ਨੇ ਵਿਦ ਫਾਈਨੈਂਸ਼ੀਅਲ ਪਲੈਨਿੰਗ ਦੀਆਂ ਕਿ ਵਾਤਾਵਰਨ ਚੇਂਜ ਹੁੰਦਾ ਰਹਿੰਦਾ, ਤਕਨੀਕਾਂ ਬਦਲਦੀਆਂ ਰਹਿੰਦੀਆਂ, ਨਵੀਂ ਟੈਕਨੋਲੋਜੀ ਦੀ ਖੋਜ ਹੋ ਜਾਂਦੀ ਆ, ਉਪਭੋਗਤਾ ਜਿਹੜੇ ਕਸਟਮਰਸ ਹੈਗੇ ਆ ਉਹਨਾਂ ਦੀਆਂ ਟੇਸਟ, ਲਾਈਕਸ, ਪ੍ਰੈਫਰੈਂਸਿਸ ਚੇਂਜ ਹੁੰਦੀਆਂ ਰਹਿੰਦੀਆਂ ਨੇ, ਬਜ਼ਾਰੀਕਰਨ, ਮਾਰਕੀਟਿੰਗ ਦੀਆਂ ਤਕਨੀਕਾਂ ਦੇ ਵਿੱਚ ਪਰਿਵਰਤਨ ਆ ਜਾਂਦਾ ਹੈ, ਸਰਕਾਰ ਦੀਆਂ ਨੀਤੀਆਂ ਬਦਲ ਜਾਂਦੀਆਂ ਨੇ, ਮੁਕਾਬਲੇ ਵਿੱਚ ਵਾਧਾ ਹੋ ਜਾਂਦਾ ਹੈ। ਲੇਕਿਨ ਜੋ ਅਸੀਂ ਚੀਜ਼ਾਂ ਬਣਾਉਂਦੇ ਹਾਂ, ਫਾਈਨੈਂਸ਼ੀਅਲ ਪਲੈਨਿੰਗ ਤਿਆਰ ਕਰਦੇ ਹਾਂ, ਉਹ ਤਾਂ ਵਰਤਮਾਨ ਵਿੱਚ ਆਪਾਂ ਕਰਦੇ ਹਾਂ, ਅਤੇ ਵਪਾਰਕ ਖੇਤਰਾਂ ਦੇ ਵਿੱਚ ਤਾਂ ਨਵੇਂ ਰੋਜ਼ ਹੀ ਬਦਲਾਅ ਆਉਂਦੇ ਰਹਿੰਦੇ ਆ, ਅਤੇ ਇਸ ਕਰਕੇ ਕਈ ਵਾਰ ਇੱਕ ਵਾਰ ਜਿਹੜੀ ਆਪਾਂ ਨੀਤੀ ਲਾਗੂ ਕਰ ਚੁੱਕੇ ਹੁੰਦੇ ਉਹਨੂੰ ਦੁਬਾਰਾ ਤੋਂ ਪਰਿਵਰਤਨ ਕਰਨਾ ਸਾਡੇ ਲਈ ਸੰਭਵ ਨਹੀਂ ਹੁੰਦਾ, ਅਤੇ ਇਸ ਕਰਕੇ ਵਿੱਤੀ ਯੋਜਨਾਵਾਂ ਦੀ ਇਹ ਇੱਕ ਵੱਡੀ ਕਮੀ ਆਪਾਂ ਗਿਣਦੇ ਹਾਂ। ਉਸ ਤੋਂ ਇਲਾਵਾ ਲਾਸਟ ਜਿਹੜਾ ਪੁਆਇੰਟ ਆ ਕਿ ਵਿੱਤੀ ਯੋਜਨਾ ਬਣਾਉਣ ਵਾਸਤੇ ਮਾਹਿਰਾਂ ਦੀ ਲੋੜ ਹੁੰਦੀ ਆ, ਐਕਸਪਰਟਸ ਦੀ ਲੋੜ ਹੁੰਦੀ ਆ, ਅਤੇ ਕਿਉਂਕਿ ਵਿੱਤੀ ਪਲੈਨਿੰਗ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਕਠਿਨ ਕੰਮ ਹੈ, ਜਟਿਲ ਕੰਮ ਹੈ। ਇਹਦੇ ਲਈ ਮਾਹਰ ਚਾਹੀਦੇ ਹੁੰਦੇ ਆ, ਅਤੇ ਮਾਹਰ ਦੀਆਂ ਸੇਵਾਵਾਂ ਚਾਹੀਦੀਆਂ ਹੁੰਦੀਆਂ ਨੇ। ਜਿਹੜੇ ਛੋਟੇ ਉੱਦਮ ਆ ਉਹ ਇਸ ਚੀਜ਼ ਦੇ ਵਿੱਚ ਮਾਹਿਰ, ਤੁਹਾਨੂੰ ਪਤਾ ਉਹਨਾਂ ਦੀ ਤਨਖਾਹਾਂ ਵਗੈਰਾ, ਉਹਨਾਂ ਨੂੰ ਜਿਹੜਾ ਰੈਮਿਨਰੇਸ਼ਨ ਆ ਉਹ ਮਹਿੰਗੀ ਹੁੰਦੀ ਹੈ, ਉਹਨਾਂ ਦੀਆਂ ਸਰਵਿਸਿਸ ਫਰੀ ਆਫ ਕੋਸਟ ਹੁੰਦੀਆਂ ਨਹੀਂ ਹੈਗੀਆਂ। ਛੋਟੇ ਜਿਹੜੇ ਬਿਜ਼ਨਸ ਆ ਉੱਦਮ ਹੈਗੇ ਉਹਨਾਂ ਵਾਸਤੇ ਮੁਸ਼ਕਿਲ ਹੋ ਜਾਂਦੀ ਹੈ, ਵੱਡੇ ਉੱਦਮ ਜਿਹੜੇ ਫਿਰ ਵੀ ਉਹ ਮਾਹਰਾਂ ਦੀਆਂ ਸਪੋਰਟ ਜਾਂ ਸਰਵਿਸਿਸ ਲੈ ਸਕਦੇ ਆ, ਅਤੇ ਇਹ ਫਾਈਨੈਂਸ਼ੀਅਲ ਪਲੈਨਿੰਗ ਦੇ ਇੱਕ ਇੰਪੋਰਟੈਂਟ ਕਮੀ ਦੇ ਵਿੱਚ ਆਪਾਂ ਇਹਨੂੰ ਦੇਖ ਸਕਦੇ। ਅਤੇ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਵਿੱਤੀ ਨਿਯੋਜਨ ਦੀਆਂ ਕਈ ਗੰਭੀਰ ਸਮੱਸਿਆਵਾਂ, ਸੀਮਾਵਾਂ ਵੀ ਹੈਗੀਆਂ ਨੇ, ਪਰੰਤੂ ਇਹਦੇ ਬਾਵਜੂਦ ਵੀ ਉੱਦਮ ਵਾਸਤੇ ਵਿੱਤੀ ਨਿਯੋਜਨ ਜਾਂ ਜਿਹੜਾ ਫਾਈਨੈਂਸ਼ੀਅਲ ਪਲੈਨਿੰਗ ਬਹੁਤ ਹੀ ਜ਼ਰੂਰੀ ਆ, ਉਪਯੋਗੀ ਆ, ਅਤੇ ਆਪਾਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ। ਅਤੇ ਇਹ ਸੀ ਅੱਜ ਦਾ ਟੌਪਿਕ ਸਾਡਾ, ਅਤੇ ਇਹਨੂੰ ਸਮਝ ਲੈਣਾ, ਇੱਕ ਵਾਰ ਤੁਸੀਂ ਰੀਡ ਕਰ ਲੈਣਾ, ਅਤੇ ਅਗਰ ਤੁਹਾਨੂੰ ਕੋਈ ਚੀਜ਼ ਨਾ ਸਮਝ ਲੱਗੇ ਤਾਂ ਤੁਸੀਂ ਪੁੱਛ ਲੈਣਾ। ਠੀਕ ਹੈ ਜੀ, ਥੈਂਕ ਯੂ ਵੈਰੀ ਮਚ।